ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਗਿਓ ਸ਼ਾਹ ਪਹਾੜ ਕੋ ਫਤਿਹ ਸ਼ਾਹ ਧਰ ਤਰਾਸ। ਮਾਰੇ ਗਏ ਪਠਾਨ ਗਨ ਹਰੀ ਚੰਦ ਪੁਨ ਨਾਸ਼। ਭਾਗਿਓ ਸ਼ਾਹ ਪਹਾੜ ਕੋ ਫਤਿਹ ਸ਼ਾਹ ਧਰ ਤਰਾਸ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣੇ ਪਿਆਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਲੋਕ ਪ੍ਰਲੋਕ ਦੇ ਰਾਖੇ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀ, ਬੜੇ ਹੀ ਪਿਆਰ ਨਾਲ ਆਪ ਜੀ ਨੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਸਰਵਣ ਕੀਤਾ ਹੈ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਅੰਤਰਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜਿਸ ਤਰੀਕੇ ਨਾਲ ਸਤਿਗੁਰੂ ਜੀ ਨੇ ਭੰਗਾਣੀ ਦਾ ਜੰਗ ਕੀਤਾ, ਸਤ ਸੰਗਤ ਜੀ ਉਹ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋ ਭਰਾ ਬਾਬਾ ਜੀਤ ਮੱਲ ਜੀ, ਬਾਬਾ ਸੰਗੋ ਸ਼ਾਹ ਜੀ, ਸਤ ਸੰਗਤ ਜੀ ਉਹ ਇਸ ਜੰਗ ਵਿੱਚ ਸ਼ਹੀਦ ਹੁੰਦੇ ਹਨ। ਆਪ ਜੀ ਨੇ ਸਰਵਣ ਕੀਤਾ। ਪਠਾਨ ਜਿਹੜੇ ਨੇ, ਕਾਲੇ ਖਾਂ ਵੇਖ ਲਓ ਬਚ ਗਿਆ, ਜਿਹੜਾ ਉਹਨਾਂ ਵਿੱਚੋਂ ਨਿਕਲ ਗਿਆ ਸੀ। ਬਾਕੀ ਭੀਖਣ ਖਾਂ, ਨਜਾਬਤ ਖਾਂ, ਹਯਾਤ ਖਾਂ ਕਿਵੇਂ ਕਿਵੇਂ ਮਰੇ ਆ ਸਤ ਸੰਗਤ ਜੀ ਉਹ ਵੀ ਆਪ ਜੀ ਨੇ ਸਰਵਣ ਕੀਤਾ ਜੀ। ਭੀਖਣ ਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥੋਂ ਮਰਿਆ ਜੀ। ਜਦੋਂ ਜੰਗ ਵਿੱਚ ਪਹਾੜੀਆਂ ਦਾ, ਪਠਾਣਾਂ ਦਾ ਬਹੁਤਾ ਹੀ ਜ਼ੋਰ ਪੈ ਗਿਆ, ਫਿਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੰਗ ਵਿੱਚ ਗਏ ਨੇ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪ ਜੰਗ ਵਿੱਚ ਗਏ ਆ, ਝੱਟ ਪੱਟ ਹੀ ਗੁਰੂ ਸਾਹਿਬ ਜੀ ਨੇ ਜੰਗ ਫਤਿਹ ਕਰ ਲਈ ਜੀ। ਮਹਾਰਾਜ ਜੀ ਦੀ ਵੱਡੀ ਵਡਿਆਈ, ਵੱਡੀ ਸੋਭਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਉਹ ਪ੍ਰਸੰਗ ਤੁਸੀਂ ਕੱਲ੍ਹ ਸਰਵਣ ਕੀਤਾ ਜੀ। ਹਰੀ ਚੰਦ ਰਾਜੇ ਨੇ ਜਿੰਨੀ ਵਿੱਦਿਆ ਕਮਾਈ ਸੀ ਨਾ ਜੀ, ਇੱਕ ਹੁੰਦਾ ਵਿੱਦਿਆ ਸਿੱਖਣੀ, ਇੱਕ ਹੁੰਦਾ ਵਿੱਦਿਆ ਕਮਾਉਣੀ ਜੀ। ਨਾਲ ਨਾਲ ਸ਼ਸਤਰਾਂ ਦੇ, ਮੰਤਰਾਂ ਦੇ ਜਾਪ ਜਿਹੜੇ ਉਹਨੇ ਕਮਾਏ ਸੀਗੇ, ਸਾਰੀ ਵਿੱਦਿਆ ਕਮਾਈ ਹੋਈ ਉਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰਨ ਵਾਸਤੇ ਲਾਈ, ਪਰ ਉਹਦੀ ਗੱਲ ਨਾ ਬਣੀ ਜੀ।
3 ਤੀਰ ਉਹਨੇ ਸਤਿਗੁਰਾਂ ਦੇ ਉੱਤੇ ਚਲਾਏ। ਕੱਲ ਦੀ ਕਥਾ ਵਿੱਚ ਆਪਾਂ ਸਰਵਣ ਕੀਤਾ। ਗੁਰੂ ਸਾਹਿਬ ਸ੍ਰੀ ਦਸਮ ਗ੍ਰੰਥ ਵਿੱਚ ਬਚਿੱਤਰ ਨਾਟਕ ਵਿੱਚ ਆਪ ਆਪਣੀ ਕਲਮ ਤੋਂ ਲਿਖਦੇ ਹੈ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਹਰੀ ਚੰਦ ਰਾਜਾ ਮਾਰਿਆ, ਪਰ ਮਹਾਰਾਜ ਕਹਿਣ ਲੱਗੇ ਉਹ ਜੋਧਾ ਸੀਗਾ। ਕਹਿਣ ਲੱਗੇ ਹਰੀ ਚੰਦ ਰਾਜੇ ਨੇ ਪਹਿਲਾ ਤੀਰ ਚਲਾਇਆ, ਸਤਿਗੁਰਾਂ ਦੇ ਘੋੜੇ ਨੂੰ ਤੀਰ ਵੱਜਿਆ ਜੀ। ਪਰ ਘੋੜੇ ਨੇ ਵੀ ਪਰਵਾਹ ਨਹੀਂ ਕੀਤੀ। ਘੋੜਾ ਤਾਂ ਵੀ ਸਾਧ ਸੰਗਤ ਜੀ ਅਗਾਂਹ ਹੁੰਦਾ ਗਿਆ, ਭੱਜਦਾ ਗਿਆ, ਦੌੜਦਾ ਰਿਹਾ ਜੀ। ਹਰੀ ਚੰਦ ਹੈਰਾਨ ਹੋ ਗਿਆ ਵੀ ਮੇਰਾ ਦੂਜਾ ਤੀਰ ਵੀ ਨਹੀਂ ਲੱਗਾ। ਫਿਰ ਹਰੀ ਚੰਦ ਰਾਜੇ ਨੇ ਸਾਧ ਸੰਗਤ ਜੀ ਦੂਜਾ ਤੀਰ ਚਲਾਇਆ। ਉਹਦਾ ਘੋੜਾ ਹਿੱਲਿਆ, ਨਿਸ਼ਾਨਾ ਚੁੱਕ ਗਿਆ ਤੇ ਸਤਿਗੁਰਾਂ ਦੇ ਕੰਨ ਦੇ ਲਾਗੋਂ ਤੀਰ ਨਿਕਲ ਗਿਆ ਜੀ। ਸਾਧ ਸੰਗਤ ਜੀ ਹਰੀ ਚੰਦ ਰਾਜਾ ਜਦੋਂ ਦੂਜਾ ਤੀਰ ਉਹਦਾ ਵਿਅਰਥ ਰਿਹਾ ਨਾ ਜੀ, ਹਰੀ ਚੰਦ ਨੇ ਸੋਚ ਲਿਆ ਵੀ ਹੁਣ ਸਮਝੋ ਆਪਾਂ ਜੰਗ ਹਾਰ ਗਏ ਹਾਂ। ਕਿਉਂ? ਉਹਨੇ ਸਾਰੀ ਵਿੱਦਿਆ ਵਰਤੀ ਦੀ। ਅਖੀਰ ਗੁਰੂ ਸਾਹਿਬ ਜੀ ਦੀ ਛਾਤੀ ਵੱਲ ਉਹਨੇ ਨਿਸ਼ਾਨਾ ਲਾਇਆ ਜੀ। ਕਮਾਨ ਜਿਸ ਪੇਟੀ ਦੇ ਨਾਲ ਬੰਨ੍ਹ ਕੇ ਮਹਾਰਾਜ ਨੇ ਆਪਣੇ ਕੰਧੇ ਤੇ ਸਜਾਈ ਸੀ, ਉਸ ਪੇਟੀ ਦੇ ਵਿੱਚ ਤੀਰ ਵੱਜਿਆ ਜੀ। ਥੋੜ੍ਹਾ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਮੜੀ ਤੱਕ ਉਹ ਤੀਰ ਪਹੁੰਚਿਆ ਜੀ। ਮਹਾਰਾਜ ਨੇ ਆਪਣੇ ਹੱਥੀਂ ਉਹ ਤੀਰ ਕੱਢ ਕੇ ਸੁੱਟ ਦਿੱਤਾ। ਖੂਨ ਦੇ ਤਿਪਕੇ ਨਿਕਲੇ ਸਾਧ ਸੰਗਤ ਜੀ। ਤੇ ਸਤਿਗੁਰੂ ਆਪ ਬਾਣੀ ਵਿੱਚ ਲਿਖਦੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਦੋਂ ਬਾਣ ਲੱਗਾ ਫਿਰ ਰੋਸ ਜਾਗ ਗਿਆ ਜੀ। ਐਸਾ ਵੀਰ ਰਸ ਜਾਗਿਆ। ਮਹਾਰਾਜ ਕਹਿਣ ਲੱਗੇ, ਹਰੀ ਚੰਦ ਵਿੱਦਿਆ ਤੇ ਤੂੰ ਬੜੀ ਕਮਾਈ, ਪਰ ਅੱਜ ਤੇਰੀ ਵਿੱਦਿਆ ਨਿਸ਼ਫਲ ਹੋ ਗਈ ਹੈ। ਤੇਰੇ ਤੀਰਾਂ 'ਚ ਦਮ ਹੀ ਨਹੀਂ ਰਿਹਾ। ਕਹਿਣ ਲੱਗੇ ਹੁਣ ਸਾਡਾ ਵਾਰ ਸਾਂਭ। ਬਸ ਇੱਕੋ ਹੀ ਵਾਰ ਕੀਤਾ। ਮਹਾਰਾਜ ਨੇ ਤੀਰ ਨੂੰ ਤੰਦੀ ਤੇ ਸਜਾਇਆ ਤੇ ਖਿੱਚ ਕੇ ਤੀਰ ਮਾਰਿਆ। ਹਰੀ ਚੰਦ ਦੀ ਛਾਤੀ ਪਾਰ ਕਰ ਗਿਆ ਤੀਰ। ਸਾਧ ਸੰਗਤ ਜੀ ਹਰੀ ਚੰਦ ਮਰ ਗਿਆ ਜੀ। ਰੌਲਾ ਪੈ ਗਿਆ, ਹਰੀ ਚੰਦ ਮਰ ਗਿਆ, ਹਰੀ ਚੰਦ ਮਰ ਗਿਆ, ਹਰੀ ਚੰਦ ਮਰ ਗਿਆ। ਕੁਝ ਕੁ ਪਠਾਨ ਬਚੇ ਸੀ, ਸਤਿਗੁਰਾਂ ਨੇ ਆਪਣੇ ਤੀਰਾਂ ਨਾਲ ਮਾਰੇ। ਪਹਾੜੀਆਂ ਦੀਆਂ ਫੌਜਾਂ ਭੱਜ ਗਈਆਂ। ਇਹ ਕਥਾ ਸਾਧ ਸੰਗਤ ਜੀ ਆਪਾਂ ਕੱਲ ਸਰਵਣ ਕੀਤੀ ਸੀ। ਭੰਗਾਣੀ ਦੀ ਜੰਗ ਲਗਭਗ ਸਾਰੇ ਹੁਣ ਕਹਿਣ ਲੱਗ ਪਏ ਆ, ਗੁਰੂ ਜੀਤ ਹੋਈ ਦਲੰਗ ਜਾਨ ਦੋਈ। ਦੋਵਾਂ ਪਾਸੇ ਇਹ ਖਬਰ ਫੈਲ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਜਿੱਤ ਹੋ ਗਈ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਜੀ ਦੀ ਫੌਜ ਦੀ ਜਿੱਤ ਹੋਈ ਹੈ। ਗੁਰੂ ਜੀ ਦੀ ਜਿੱਤ ਹੋਈ। ਹੁਣ ਵੇਖੋ ਨਾ ਜੀ, ਕਮਾਲ ਦੀ ਗੱਲ ਹੈ। ਇੰਨੇ ਜ਼ਿਆਦਾ ਪਹਾੜੀ ਰਾਜੇ, ਸਾਰੀਆਂ ਉਹਨਾਂ ਦੀਆਂ ਫੌਜਾਂ, ਪਿੰਡਾਂ ਦੀ ਛੇੜ ਇਕੱਠੀ ਕੀਤੀ। ਪਠਾਨ ਵੀ ਉਹਨਾਂ ਦੇ ਨਾਲ ਰਲ ਗਏ। ਲਗਭਗ ਸਾਰੇ ਰਾਜਿਆਂ ਦੀ ਫੌਜ ਨਾਲ ਲੱਗੀ ਹੈ, ਪਰ ਉਹ ਸਤਿਗੁਰੂ ਜੀ ਨੂੰ ਹਰਾ ਨਹੀਂ ਸਕੇ ਜੀ। ਹਰਾ ਨਹੀਂ ਸਕੇ। ਕਿਉਂ? ਗੁਰੂ ਗੋਬਿੰਦ ਸਿੰਘ ਜੀ ਉਹ ਸੂਰਜ ਨੇ ਜਿਹੜਾ ਸਾਧ ਸੰਗਤ ਜੀ ਇਹਨਾਂ ਦੇ ਹੱਥ ਆਉਣ ਵਾਲੇ ਨਹੀਂ ਹਨ ਜੀ। ਸੂਰਜ ਦੇ ਤੇ ਲਾਗੇ ਜਾਈਏ ਤੇ ਸਾਧ ਸੰਗਤ ਸੂਰਜ ਦਾ ਤੇਜ ਪ੍ਰਤਾਪ ਨਹੀਂ ਝੱਲਿਆ ਜਾ ਸਕਦਾ ਜੀ। ਹਾਂਜੀ, ਠੰਡ ਜ਼ਿਆਦੀ ਹੈ ਨਾ ਜੀ, ਤੇ ਸਾਰੇ ਰੋਜ਼ ਸੂਰਜ ਉਡੀਕਦੇ ਜੀ। ਕਿੰਨੇ ਹਜ਼ਾਰਾਂ ਕਿਲੋਮੀਟਰ ਦੂਰ ਹੈਗਾ ਜੀ ਸੂਰਜ ਇਸ ਧਰਤੀ ਤੋਂ ਜੀ। ਪਰ ਵੇਖ ਲਓ, ਜੇ ਉਹ ਹਜ਼ਾਰਾਂ ਕਿਲੋਮੀਟਰ, ਹੋ ਸਕਦਾ ਹੈ ਵੱਧ ਹੋਵੇ ਜੀ, ਲੱਖਾਂ ਕਿਲੋਮੀਟਰ ਦੂਰ ਹੋਏਗਾ ਸੂਰਜ, ਪਰ ਤੁਸੀਂ ਅੰਦਾਜ਼ਾ ਲਾਓ ਲੱਖਾਂ ਕਿਲੋਮੀਟਰ ਦੂਰ ਹੈ, ਫਿਰ ਵੀ ਉਹਦਾ ਧਰਤੀ ਉੱਤੇ ਪ੍ਰਭਾਵ ਹੈ ਜੀ। ਆਖੋ ਸ੍ਰੀ ਵਾਹਿਗੁਰੂ। ਆ ਹੁਣੇ ਜੇ ਸੂਰਜ ਚੜ੍ਹ ਜੇ ਨਾ ਜੀ ਆਪਣੀ ਰੌਂ ਵਿੱਚ ਆ ਕੇ, ਆ ਕੋਟੀਆਂ ਸਾਡੀਆਂ ਹੁਣੇ ਲੱਥ ਜਾਣ ਸਾਰੀਆਂ ਜੀ। ਆ ਸਭ ਲੋਈਆਂ ਹੀ ਲਾ ਕੇ ਪਰਾਂ ਰੱਖੀਏ ਜੀ। ਪਤਾ ਲੱਗ ਜੂ ਵੀ ਸੂਰਜ ਜੀ ਆ ਗਏ ਨੇ, ਸੂਰਜ ਚੜ੍ਹ ਗਿਆ, ਸੂਰਜ ਦਾ ਪ੍ਰਭਾਵ ਹੈ। ਹਾਂਜੀ ਗੁਰਮੁਖੋ, ਜੇ ਕੋਈ ਸੂਰਜ ਦੇ ਨੇੜੇ ਜਾਵੇ ਉਹਦਾ ਕੀ ਬਣੇਗਾ? ਤੇ ਭਾਈ ਨੰਦ ਲਾਲ ਜੀ ਤੇ ਲਿਖਦੇ, ਗੁਰੂ ਗੋਬਿੰਦ ਸਿੰਘ ਜੀ, ਸੂਰਜਾਂ ਵਿੱਚ ਵੀ ਤਾਕਤ ਪੈਦਾ ਕਰਨ ਵਾਲੀ ਜੋਤ ਤੁਹਾਡੇ ਵਿੱਚ ਹੈਗੀ ਹੈ। ਆਖੋ ਸ੍ਰੀ ਵਾਹਿਗੁਰੂ। ਇਸ ਨਜ਼ਰੀਏ ਦੇ ਨਾਲ ਉਹਨਾਂ ਨੇ ਮਹਾਰਾਜ ਦੀ ਸਿਫਤ ਕੀਤੀ ਜੀ। ਤੇ ਬਾਣੀ ਵਿੱਚ ਆਉਂਦਾ, ਨਮੋ ਸੂਰਜ ਸੂਰਜੇ, ਨਮੋ
ਚੰਦਰ ਚੰਦਰੇ, ਨਮੋ ਇੰਦਰ ਇੰਦਰੇ। ਤੈਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਸਾਰੇ ਪਹਾੜੀਆਂ ਦੀ ਫੌਜ ਰਲੀ ਹੈ, ਪਰ ਸਾਧ ਸੰਗਤ ਜੀ ਉਹ ਸਤਿਗੁਰੂ ਜੀ ਦਾ ਕੁਝ ਵਿਗਾੜ ਨਹੀਂ ਸਕੇ ਜੀ। ਆਓ ਹੁਣ ਅੱਜ ਦੀ ਕਥਾ ਵਿੱਚ ਸੁਰਤ ਜੋੜੀਏ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਗਿਓ ਸ਼ਾਹ ਪਹਾੜ ਕੋ, ਫਤਿਹ ਸ਼ਾਹ ਧਰ ਤਰਾਸ। ਰਾਜਾ ਫਤਿਹ ਸ਼ਾਹ ਡਰਦਾ ਹੋਇਆ ਗੁਰੂ ਜੀ ਦੇ ਤੀਰਾਂ ਤੋਂ ਪਹਾੜ ਵੱਲ ਨੂੰ ਭੱਜ ਗਿਆ। ਮਾਰੇ ਗਏ ਪਠਾਨਗਨ, ਹਰੀ ਚੰਦ ਪੁਨ ਨਾਸ਼। ਜਿੰਨੇ ਪਠਾਨ ਸੀਗੇ, ਪਠਾਨਾਂ ਦੇ ਸਰਦਾਰ ਸਾਰੇ ਮਰ ਗਏ ਜੰਗ ਵਿੱਚ ਜੀ, ਕੋਈ ਨਹੀਂ ਬਚਿਆ ਜੀ। ਹਰੀ ਚੰਦ ਰਾਜਾ ਜਿਹੜਾ ਕਹਿੰਦਾ ਕਹਾਉਂਦਾ ਸੀਗਾ, ਉਹ ਵੀ ਇਸ ਜੰਗ ਵਿੱਚ ਮਰ ਗਿਆ। ਮਰੇ ਹਜ਼ਾरों ਵੀਰ ਜਿਹੇ, ਜੀਵਤ ਚੱਲੇ ਭਲਾਏ। ਹਜ਼ਾਰਾਂ ਸੂਰਬੀਰ ਪਹਾੜੀਆਂ ਦੀਆਂ ਫੌਜਾਂ ਦੇ ਉਹ ਵੀ ਮਰ ਗਏ ਸਾਧ ਸੰਗਤ ਜੀ। ਤੇ ਜੀਵਤ ਉਹੋ ਹੀ ਬਚੇ ਆ ਜਿਹੜੇ ਜੰਗ ਵਿੱਚੋਂ ਭੱਜ ਗਏ ਜੀ। ਕਿਉਂ ਭੱਜੇ ਤੇ ਵਾਰ ਨਹੀਂ ਨਾ ਕਰ ਸਕਦੇ ਜੀ, ਨਹੀਂ ਤੇ ਉਹ ਵੀ ਮਾਰ ਦੇਣੇ ਸੀਗੇ ਜੀ। ਹੁਣ ਉਹ ਭੱਜ ਗਏ ਜੀ ਤਾਂ ਬਚ ਗਏ। ਗਿਰਪਤ ਸੰਗ ਸਿਧਾਰ ਲੇ, ਗਏ ਤੁਰੰਗ ਤਵਾਏ। ਕਹਿਣ ਲੱਗੇ ਰਾਜੇ ਖੁਦ ਆਪਣੇ ਘੋੜੇ ਭਜਾ ਕੇ ਪਹਾੜਾਂ ਨੂੰ ਭੱਜ ਗਏ ਜੀ, ਆਪਣੀ ਜਾਨ ਬਚਾਉਣ ਵਾਸਤੇ। ਤੋਮਰ ਛੰਦ ਸਰਿਤਾ ਗਿਰੀ ਜਿਸ ਨਾਏ, ਤਿਸ ਮੈਂ ਗਿਰੈ ਬਹੁ ਜਾਏ। ਲਾਗੇ ਇੱਕ ਨਦੀ ਸੀਗੀ ਜੀ, ਉਸ ਨਦੀ ਦਾ ਨਾਂ ਸੀਗਾ ਸਰਿਤਾ ਗਿਰੀ, ਪਹਾੜੀ ਨਦੀ ਦੀ ਗਿਰੀ। ਹਾਂਜੀ, ਬਹੁਤ ਸਾਰੀਆਂ ਫੌਜਾਂ ਉਸ ਨਦੀ ਵਿੱਚ ਡਿੱਗ ਗਈਆਂ ਜੀ। ਹਾਂਜੀ। ਤਰ ਹੋਏ ਪਾਰ ਹੈ ਕੋਏ, ਜਿਹੜਾ ਤਰਨਾ ਜਾਣਦਾ ਸੀ ਉਹ ਤੇ ਪਾਰ ਹੋ ਗਿਆ। ਵਿੱਚ ਡੂਬ ਗਏ ਜਿਸ ਜੋਏ। ਤਿਸ ਜੋਏ, ਪਰ ਸਾਧ ਸੰਗਤ ਜੀ ਜਿਹੜਾ ਤਰਨਾ ਨਹੀਂ ਸੀ ਜਾਣਦਾ ਉਹ ਵਿੱਚੇ ਡੁੱਬ ਗਿਆ ਉਸ ਨਦੀ ਦੇ। ਗਿਰ ਪੈ ਚੜੇ ਕਿਤ ਜਾਏ। ਕਈ ਫੌਜ ਤੇ ਰਾਜੇ ਪਹਾੜਾਂ ਉੱਤੇ ਜਾ ਕੇ ਪਾਰ ਕਰਕੇ ਪਹਾੜਾਂ ਤੇ ਚੜ ਗਏ ਤਾਂ ਉਹਨਾਂ ਆਪਣਾ ਬਚਾਅ ਕਰ ਲਿਆ ਜੀ। ਜਹ ਰਾਜਪੁਰਾ ਬਸਾਏ। ਉੱਥੇ ਚਲੇ ਗਏ ਜਿੱਥੇ ਰਾਜਪੁਰਾ ਨਗਰ ਵਸਦਾ ਸੀਗਾ ਜੀ। ਹਾਂਜੀ। ਜਮਨਾ ਨਦੀ ਦਿਸ਼ ਹੋਏ, ਹਾਂਜੀ। ਡਰ ਭਾਜੇ ਗੇ ਤਰ ਕੋਏ। ਤੇ ਸਾਧ ਸੰਗਤ ਜੀ ਜਮਨਾ ਨਦੀ ਵਾਲੇ ਪਾਸੇ ਨੂੰ ਕਈ ਭੱਜ ਗਏ ਜੀ। ਹਾਂਜੀ, ਡਰਦਿਆਂ ਮਾਰਿਆਂ ਭੱਜ ਗਏ, ਕਿਉਂਕਿ ਬਚਣ ਦਾ ਇੱਕੋ ਹੀ ਤਰੀਕਾ ਸੀ, ਭੱਜ ਗਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਆਪ ਸੀਗੇ ਜੰਗ ਵਿੱਚ, ਛੱਡਣਾ ਹੀ ਨਹੀਂ ਸੀ ਕੋਈ ਜੀ, ਨਹੀਂ ਤੇ। ਹਾਂਜੀ। ਨਹਿ ਆਪ ਮੈਂ ਸੰਭਾਰ, ਰਣ ਤਿਆਗ ਹੈ ਬਿਕਰਾਰ। ਕਹਿਣ ਲੱਗੇ ਵੱਡੀ ਜੰਗ ਰਣ ਖੇਤਰ ਨੂੰ ਛੱਡ ਕੇ ਭੱਜੇ ਜੀ, ਆਪਣਾ ਆਪ ਵੀ ਨਹੀਂ ਸੀ ਸਾਂਭਦੇ ਜੀ। ਹਾਂਜੀ। ਮਰ ਗਏ ਭਲਾਵਤ ਕੋਏ, ਜਲ ਮੈਂ ਡੂਬੇ ਡਰ ਹੋਏ। ਕਈ ਤਾਂ ਸਾਧ ਸੰਗਤ ਜੀ ਜ਼ਖਮੀ ਹੋਏ, ਭੱਜੇ ਭੱਜੇ ਵੀ ਵਿਚਾਰੇ ਮਰ ਗਏ ਜੀ, ਬਹੁਤ ਸਾਰੇ ਡੁੱਬ ਗਏ ਜੀ। ਹਾਂਜੀ। ਪਹੁੰਚੀ ਤਿਨਹੋਂ ਸੁਧ ਧਾਮ, ਗੁਰ ਪਾਏ ਕੈ ਸੰਗਰਾਮ। ਹੁਣ ਪਹਾੜੀਆਂ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਖਬਰ ਪਹੁੰਚੀ ਵੀ ਗੁਰੂ ਜੀ ਨਾਲ ਜੰਗ ਮੁੱਕ ਗਿਆ ਹੈ, ਸਰ ਮਾਰ ਕੈ ਹੱਥ ਪ੍ਰਾਨ, ਰਣ ਖੇਤ ਰਾਖ ਨਿਦਾਨ। ਤੇ ਸਾਡੇ ਬੰਦੇ ਮਰ ਗਏ ਨੇ। ਸਾਧ ਸੰਗਤ ਜੀ ਉੱਥੇ ਤੇ ਸੋਗ ਫੈਲ ਗਿਆ, ਉੱਥੇ ਤਾਂ ਰੋਣ ਧੋਣ ਸ਼ੁਰੂ ਹੋ ਗਿਆ ਜੀ। ਸੁਨ ਸ਼ੋਕ ਭਾ ਵਿਸਤਾਰ, ਦ੍ਰਿਗ ਰੋਦਤੀ ਜਲ ਧਾਰ। ਉਹਨਾਂ ਦੀਆਂ ਇਸਤਰੀਆਂ ਵਿਚਾਰੀਆਂ ਰੋਣ ਲੱਗ ਪਈਆਂ, ਰੋਣਾ ਹੀ ਸੀਗਾ ਉਹਨਾਂ ਨੇ। ਇਹ ਵੈਰ ਸਾਰਾ ਕੁਝ ਕਰਦਾ ਸਾਧ ਸੰਗਤ ਜੀ। ਹਾਂਜੀ। ਬਹੁ ਪੀਟਤੀ ਤਨ ਨਾਰ, ਸਿਰ ਬਾਰ ਬ੍ਰਿੰਦ ਉਖਾਰ। ਬੜਾ ਬੁਰਾ ਹਾਲ ਹੋ ਗਿਆ ਸਾਧ ਸੰਗਤ ਜੀ ਉਹਨਾਂ ਇਲਾਕਿਆਂ ਦੇ ਵਿੱਚ। ਹਾਂਜੀ। ਗਿਰ ਦੇਸ਼ 22 ਧਾਰ, ਰੁਦਨੰਤਨ ਕੂਕਨ ਮਾਰ। 22 ਧਾਰ ਦੇ ਦੇਸ਼ਾਂ ਦੇ ਵਿੱਚ, ਇਲਾਕਿਆਂ ਦੇ ਵਿੱਚ ਰੋਣ ਧੋਣ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ ਜੀ। ਬਹੁਤ ਵੱਡੀ ਗਿਣਤੀ ਵਿੱਚ ਫੌਜ ਮਰੀ ਜੀ ਪਹਾੜੀਆਂ ਦੀ ਜੀ।
ਸਭ ਧਾਮ ਧਮ ਹੈ ਮਾਹੇ, ਤ੍ਰਿਆ ਬ੍ਰਿੰਦ ਹੋਏ ਬਿਲ ਪਾਹੇ। ਹਾਂ, ਬੜਾ ਬਿਰਲਾਪ ਸਾਧ ਸੰਗਤ ਜੀ ਹੋਇਆ ਜੀ। ਹਾਂਜੀ। ਇਮ ਸ਼੍ਰੀ ਗੁਰੂ ਰਣਜੀਤ, ਬਜ ਦੁੰਦ ਭੈ ਰਣਜੀਤ। ਇਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਰਣਜੀਤ ਨਗਾਰਾ ਵੱਜਿਆ। ਆਖੋ ਸ੍ਰੀ ਵਾਹਿਗੁਰੂ। ਹਾਂਜੀ। ਰਣਜੀਤ ਜਿਹੜਾ ਹੈ ਹੀ ਰਣ ਨੂੰ ਜਿੱਤਣ ਵਾਲਾ ਸੀਗਾ ਜੀ, ਉਹ ਰਣਜੀਤ ਨਗਾਰਾ ਵੱਜਿਆ ਜੀ। ਹਾਂਜੀ। ਜੁਗ ਭਰਾਤ ਲੋਥ ਉਠਾਏ, ਪੁਰ ਪਾਮਟੇ ਪਹੁੰਚਾਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਾਡੇ ਦੋਵਾਂ ਭਰਾਵਾਂ ਦੇ ਸਰੀਰ ਚੁੱਕ ਕੇ ਪਾਉਂਟਾ ਸਾਹਿਬ ਲੈ ਚੱਲੋ। ਬਾਬਾ ਜੀਤ ਮੱਲ ਜੀ ਤੇ ਬਾਬਾ ਸੰਗੋ ਸ਼ਾਹ ਜੀ, ਜਿਹੜੇ ਸ਼ਹੀਦ ਹੋਏ ਸਨ। ਸੰਸਕਾਰ ਕੀਨ ਬਨਾਏ, ਹਾਂਜੀ। ਸੁਰ ਲੋਕ ਬਾਸਾ ਪਾਏ। ਉਹਨਾਂ ਦਾ ਫਿਰ ਬੜੀ ਮਰਿਆਦਾ ਦੇ ਨਾਲ ਸੰਸਕਾਰ ਕੀਤਾ ਗਿਆ ਤੇ ਸਾਧ ਸੰਗਤ ਜੀ ਉਹ ਸੱਚਖੰਡ ਵਿੱਚ ਗਏ ਜੀ। ਸੱਚਖੰਡ ਵਿੱਚ ਜੀ। ਹਾਂਜੀ। ਭੱਟ ਘਾਇ ਲੰਗ ਰਣ ਥਾਨ, ਉਚਵਾਏ ਕੈ ਪੁਰਾਨ। ਹੋਰ ਵੀ ਜਿਹੜੇ ਸੂਰਮੇ ਜ਼ਖਮੀ ਹੋਏ ਸਨ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਵੀ ਇਹਨਾਂ ਦੀ ਸਾਂਭ ਸੰਭਾਲ ਕਰੋ ਭਾਈ। ਹਾਂਜੀ। ਹੜ ਬੋਲ ਤੇ ਜਿਸ ਠਾਰ, ਮਿਲ ਪਾਏ ਜੁੰਬਕ ਰੌਰ। ਪੁਨ ਭੀਖ ਨਾ ਹੋਏ ਸਾਂਝ, ਬਹੁ ਲੋਥ ਹੈ ਰਣ ਮਾਂਝ। ਜੰਗ ਦੇ ਮੈਦਾਨ ਵਿੱਚ ਬੜੇ ਸ਼ਰੀਰ ਪਏ ਸਨ ਜੀ। ਸ਼ਾਮਾਂ ਪੈ ਗਈਆਂ ਸਾਧ ਸੰਗਤ, ਸਾਰਾ ਦਿਨ ਜੰਗ ਹੋਇਆ ਨਾ ਜੀ। ਆਖੋ ਸ੍ਰੀ ਵਾਹਿਗੁਰੂ। ਸਾਰਾ ਦਿਨ ਜੰਗ ਹੁੰਦਾ ਰਿਹਾ, ਫਿਰ ਸ਼ਾਮਾਂ ਪੈ ਗਈਆਂ ਜੀ। ਤਰਫੰਤ ਘਾਇਲ ਕੋਏ, ਰਿਪ ਭਾਜ ਗੇ ਡਰ ਸੋਏ। ਹਾਂ, ਜਿਹੜੇ ਜ਼ਖਮੀ ਸੀ ਉਹ ਵਿਚਾਰੇ ਸਹਿ ਕਰ ਰਹੇ ਸੀਗੇ ਜੀ। ਹਾਂਜੀ। ਉਚਵਾਏ ਕਾਹੂ ਨਾ ਲੀਨ, ਤਹਿ ਤਰਾਸ ਤੇ ਬਲ ਦੀਨ। ਕਮਾਲ ਦੀ ਗੱਲ ਇਹ ਹੈ ਵੀ ਪਹਾੜੀਆਂ ਦੇ ਫੌਜ ਦੇ ਜਿਹੜੇ ਜ਼ਖਮੀ ਹੋ ਗਏ ਸੀ, ਉੱਠ ਨਹੀਂ ਸੀ ਨਾ ਸਕਦੇ। ਉਹ ਪਹਾੜੀ ਇਸ ਤਰ੍ਹਾਂ ਭੱਜੇ ਵੀ ਆਪਣੇ ਬੰਦੇ ਵੀ ਚੁੱਕ ਕੇ ਨਹੀਂ ਖੜੇ ਉਹਨਾਂ ਨੇ ਜੀ, ਵੀ ਆਪਣੇ ਜ਼ਖਮੀਆਂ ਦਾ ਇਲਾਜ ਕਰਾ ਦਈਏ ਜੀ। ਹਾਂਜੀ। ਦੁੱਖ ਪਾਏ ਭੇ ਮ੍ਰਿਤ ਸੋਏ। ਉਹ ਫਿਰ ਵਿਚਾਰੇ ਉੱਥੇ ਹੀ ਦੁੱਖ ਪਾ ਪਾ ਕੇ ਉੱਥੇ ਹੀ ਚਾਲਾ ਮਾਰ ਗਏ ਜੀ। ਹਾਂਜੀ। ਜਿਨ ਕਾਉ ਉਠਾਏ ਨਾ ਕੋਏ। ਉਹਨਾਂ ਨੂੰ ਕਿਉਂ ਕਿਸੇ ਨੇ ਚੁੱਕਿਆ ਹੀ ਨਹੀਂ ਜੀ ਉੱਥੋਂ, ਸਭ ਪਹਾੜੀਏ ਭੱਜ ਗਏ ਜੀ। ਹਾਂਜੀ। ਤਬ ਸ਼੍ਰੀ ਗੁਰ ਹਟ ਆਏ, ਹਾਂਜੀ। ਜਹ ਲਹਿ ਮਹਾ ਘਰ ਘਾਏ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੁਸ਼ਟਾਂ ਦਾ ਨਾਸ ਕਰਕੇ ਫਿਰ ਸਾਧ ਸੰਗਤ ਜੀ ਵਾਪਸ ਪਾਉਂਟਾ ਸਾਹਿਬ ਨੂੰ ਆਉਂਦੇ ਆ ਤੇ ਮਹਾਰਾਜ ਆਪ ਬਾਣੀ 'ਚ ਲਿਖਦੇ ਆ, ਭਾਈ ਜੇਤ ਮੇਰੀ ਕਿਰਪਾ ਕਾਲ ਕੇਰੀ। ਉਹ ਕਹਿੰਦੇ ਜਿੱਤ ਮੇਰੀ ਨਹੀਂ ਹੋਈ, ਹੇ ਵਾਹਿਗੁਰੂ ਜੀ ਜਿੱਤ ਤੁਹਾਡੀ ਹੋਈ ਹੈ, ਤੁਹਾਡੀ ਕਿਰਪਾ ਨਾਲ ਜਿੱਤ ਹੋਈ ਹੈ। ਚੇਤਾ ਰੱਖਿਓ, ਆਪ ਵਾਹਿਗੁਰੂ ਪਰਮੇਸ਼ਰ ਦਾ ਰੂਪ ਨੇ ਗੁਰੂ ਗੋਬਿੰਦ ਸਿੰਘ ਜੀ, ਪਰ ਸਾਨੂੰ ਜੀਵਾਂ ਨੂੰ ਸਮੱਤ ਦੇਣ ਵਾਸਤੇ ਵੀ ਸਿੱਖੋ, ਜੇ ਕਿਤੇ ਇਹੋ ਜਿਹਾ ਮੌਕਾ ਬਣੇ ਤੇ ਹਉਮੈ ਵਿੱਚ ਆ ਕੇ ਇਹ ਨਹੀਂ ਕਹਿਣਾ ਵੀ ਮੈਂ ਜਿੱਤਿਆ ਹਾਂ ਜਾਂ ਮੇਰੀ ਜਿੱਤ ਹੋਈ ਹੈ। ਇਹ ਕਹਿਣਾ ਹੈ ਸਭ ਕੁਝ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਹੋਇਆ ਹੈ। ਕ੍ਰੈਡਿਟ ਵਾਹਿਗੁਰੂ ਨੂੰ ਦੇਣਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਰਣੰ ਜੀਤ ਆਏ, ਜਯੰ ਗੀਤ ਗਾਏ। ਜੰਗ ਜਿੱਤ ਕੇ ਆਏ ਹੈ ਔਰ ਜਿੱਤ ਦੇ ਗੀਤ ਗਾਏ ਨੇ ਸਾਧ ਸੰਗਤ ਜੀ। ਹਾਂਜੀ। ਜਾਏ ਕੋ ਸੁਨਾਏ ਬਖਾਨ, ਹਰ ਖਾਏ ਵੀਰ ਮਹਾਨ। ਕਹਿਣ ਲੱਗੇ ਸਾਰੇ ਜਿੱਤ ਬਾਰੇ ਦੱਸਦੇ ਵੀ ਜਿੱਤ ਗਏ ਆ, ਜਿੱਤ ਗਏ ਆ, ਇੱਕ ਦੂਜੇ ਨੂੰ ਦੱਸਦੇ ਹਨ। ਰਣ ਬਾਤ ਭਾਖਤ ਬ੍ਰਿੰਦ, ਗਿਰਨਾਥ ਤਰਾਸ ਬਿਲੰਦ। ਤੇ ਜੰਗ ਦੀਆਂ ਗੱਲਾਂ ਕਰਦੇ ਵੀ ਕਿਵੇਂ ਡਰਦਾ ਮਾਰਿਆ ਰਾਜਾ ਫਤਿਹ ਸ਼ਾਹ ਤੇ ਬਾਕੀ ਰਾਜੇ ਡਰਦੇ ਮਾਰੇ ਭੱਜ ਗਏ। ਇਹ ਵੀ ਗੱਲਾਂ ਕਰਦੇ ਨੇ ਜੀ। ਹਾਂਜੀ। ਚਲ ਮੰਦ ਮੰਦਹ ਆਏ, ਮਿਲ ਪੁੰਜ ਦੇਤ ਵਧਾਏ। ਸਤਿਗੁਰੂ ਜੀ ਸਹਿਜੇ 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 ਜੰਗ ਨੂੰ ਜਿੱਤ ਕੇ ਇਸ ਪਾਸੇ ਪਾਉਂਟਾ ਸਾਹਿਬ ਵਾਲੇ ਪਾਸੇ ਆ ਰਹੇ ਨੇ। ਲੋਕ ਵਧਾਈਆਂ ਦਿੰਦੇ ਆ, ਮਹਾਰਾਜ ਵਧਾਈ ਹੋਵੇ, ਆਪ ਜੀ ਦੀ ਜਿੱਤ ਹੋਈ ਹੈ। ਮਹਾਰਾਜ ਫਿਰ ਕਹਿੰਦੇ ਜਿੱਤ ਅਕਾਲ ਪੁਰਖ ਦੀ ਹੋਈ ਭਾਈ। ਹਾਂਜੀ। ਨਿਸ ਬੀਤ ਗੀ ਘਟ ਚਾਰ, ਉਤਰੇ ਗੁਰੂ ਨਿਜ ਦਵਾਰ। ਹਾਂ, ਰਾਤ ਵੀ 4 ਘੜੀਆਂ ਬੀਤ ਗਈਆਂ ਪਾਉਂਟਾ ਸਾਹਿਬ ਆਉਂਦਿਆਂ ਆਉਂਦਿਆਂ ਜੀ। ਉਤਰੇ ਗੁਰੂ ਨਿਜ ਦਵਾਰ।
ਜਿੱਥੇ ਪਾਉਂਟਾ ਸਾਹਿਬ ਵਿੱਚ ਸਤਿਗੁਰਾਂ ਦਾ ਘਰ ਸੀਗਾ, ਮਹਾਰਾਜ ਫਿਰ ਉੱਥੇ ਉਤਾਰਾ ਕੀਤਾ। ਸਭ ਸ਼ਸਤਰ ਵਸਤਰ ਉਤਾਰ, ਇਸ਼ਨਾਨ ਆਦਿਕ ਧਾਰ। ਵਾਹ ਵਾਹ। ਹੁਣ ਮਹਾਰਾਜ ਨੇ ਸ਼ਸਤਰ ਬਸਤਰ ਉਤਾਰੇ ਜੀ, ਜੰਗੀ ਬਾਣਾ ਲਾਇਆ ਜੀ। ਹਾਂਜੀ, ਸ਼ਸਤਰ ਬਸਤਰ ਉਤਾਰ ਕੇ ਫਿਰ ਸਤਿਗੁਰਾਂ ਨੇ ਇਸ਼ਨਾਨ ਕੀਤਾ ਜੀ, ਇਸ਼ਨਾਨ ਕੀਤਾ ਜੀ। ਤੇ ਫਿਰ ਮਹਾਰਾਜ ਇੱਕ ਪਲੰਘੇ ਉੱਤੇ ਬੈਠ ਗਏ ਜੀ। ਹਾਂਜੀ, ਚਿਤਵੰਤ ਸੰਗੋ ਸ਼ਾਹ, ਅਰ ਜੀਤ ਮਲ ਸੁਬਾਹਾ। ਤੇ ਸਾਧ ਸੰਗਤ ਜੀ ਫਿਰ ਪਲੰਘੇ ਉੱਤੇ ਬੈਠ ਕੇ ਮਹਾਰਾਜ ਆਪਣੇ ਵੱਡੇ ਭਰਾ ਬਾਬਾ ਸੰਗੋ ਸ਼ਾਹ ਜੀ ਤੇ ਬਾਬਾ ਜੀਤ ਮੱਲ ਜੀ ਨੂੰ ਚੇਤੇ ਕਰਦੇ ਆ ਜੀ। ਵੇਖੋ, ਯਾਦ ਤੇ ਆਉਂਦੀ ਹੈ। ਤੇ ਚੇਤਾ ਰੱਖਿਓ, ਐਸੇ ਯੋਧਿਆਂ ਸੂਰਮਿਆਂ ਭਰਾਵਾਂ ਨੂੰ ਚੇਤੇ ਕਰਨਾ ਵੀ ਚਾਹੀਦਾ ਹੈ ਜੀ। ਤੁਸੀਂ ਉਹਨਾਂ ਦੇ ਭਾਗ ਵੇਖੋ ਜਿਨ੍ਹਾਂ ਨੂੰ ਗੁਰੂ ਸਾਹਿਬ ਯਾਦ ਕਰ ਰਹੇ ਆ ਜੀ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਯਾਦ ਕਰਨ ਦੇ ਆ, ਉਹਨਾਂ ਦੀ ਕਿਸਮਤ ਵੇਖੋ, ਉਹਨਾਂ ਦੇ ਭਾਗ ਵੇਖੋ। ਹਾਂਜੀ, ਸਭ ਆਪ ਆਪਨ ਡੇਰ, ਉਤਰੇ ਆਨੰਦ ਬਡੇਰ। ਗੁਰੂ ਸਾਹਿਬ ਤੇ ਪਲੰਘੇ ਤੇ ਬੈਠ ਗਏ ਤੇ ਬਾਬਾ ਸੰਗੋ ਸ਼ਾਹ ਤੇ ਬਾਬਾ ਜੀਤ ਮੱਲ ਜੀ ਨੂੰ ਚੇਤਾ ਕਰਨ ਲੱਗੇ। ਸਿੱਖ ਵੀ ਸਾਰੇ ਆਪੋ ਆਪਣੇ ਡੇਰਿਆਂ ਤੇ ਚਲੇ ਗਏ। ਰਣਗਾਥ ਥਾਨਹਿ ਥਾਨ, ਮਿਲ ਵੀਰ ਬ੍ਰਿੰਦ ਬਖਾਨ। ਤੇ ਜੰਗ ਦੀਆਂ ਹੀ ਗੱਲਾਂ ਚੱਲ ਰਹੀਆਂ ਜੀ। ਮਾਮਾ ਕਿਰਪਾਲ ਚੰਦ ਜੀ ਦੀ ਗੱਲ ਚੱਲਦੀ ਹੈ, ਮਹੰਤ ਕਿਰਪਾਲ ਦਾਸ ਜੀ ਦੀ ਗੱਲ ਚੱਲਦੀ ਹੈ ਵੀ ਕਿਵੇਂ ਕੁੱਤਕਾ ਮਾਰ ਕੇ ਹਯਾਤ ਖਾਂ ਦਾ ਸਿਰ ਪਾੜ ਦਿੱਤਾ ਜੀ, ਕੁੱਤਕਾ ਮਾਰ ਕੇ ਘੋੜਾ ਬੇਹੋਸ਼ ਕਰ ਦਿੱਤਾ ਜੀ। ਹਾਂਜੀ, ਇਹੋ ਜਿਹੀਆਂ ਗੱਲਾਂ ਸਾਰੀਆਂ ਚੱਲਦੀਆਂ ਹਨ। ਰਣ ਭੀਰ ਤਿਆਗ ਪਰਾਏ, ਜਿਨ ਸੂਰ ਕੀ ਨਸਕਾਏ। ਸੋ ਕਿਵੇਂ ਜੰਗ ਦੇ ਮੈਦਾਨ ਚੋਂ ਭੱਜੇ ਹੋ, ਹਾਂਜੀ, ਤੇ ਕਿਵੇਂ ਸੂਰਮਿਆਂ ਦਾ ਨਾਸ਼ ਕੀਤਾ ਸਤਿਗੁਰਾਂ ਨੇ, ਇਹ ਸਾਰੀਆਂ ਗੱਲਾਂ ਸਾਧ ਸੰਗਤ ਜੀ ਉੱਥੇ ਚੱਲੀਆਂ ਜੀ। ਹਾਂਜੀ, ਸਭ ਕੀ ਕਹੈ ਕਰਤੂਤ, ਗੁਰ ਕੋ ਮਹਾ ਜਸ ਪੂਤ। ਹਰ ਇੱਕ ਦੇ ਬਾਰੇ ਗੱਲਾਂ ਚੱਲਦੀਆਂ, ਕਿੰਨੇ ਕੀ ਕੀਤਾ, ਕਿੰਨੇ ਕੀ ਕੀਤਾ ਜੰਗ ਵਿੱਚ। ਫਿਰ ਗੁਰੂ ਸਾਹਿਬ ਦੀ ਵੀ ਗੱਲ ਚੱਲਦੀ, ਆਖੋ ਵਾਹਿਗੁਰੂ ਵਾਹਿਗੁਰੂ। ਤੇ ਗੁਰੂ ਕੇ ਸਿੱਖ ਕਹਿੰਦੇ, ਭਾਈ ਜਦੋਂ ਮਹਾਰਾਜ ਆਪ ਘੋੜਾ ਲੈ ਕੇ ਜੰਗ ਦੇ ਮੈਦਾਨ ਵਿੱਚ ਆਏ ਨਾ, ਫਿਰ ਤੇ ਮਹਾਰਾਜ ਨੇ ਦਸ਼ਾ ਹੀ ਬਦਲ ਦਿੱਤੀ। ਫਿਰ ਤਾਂ ਖੇਡ ਹੀ ਸਾਧ ਸੰਗਤ ਬਦਲੀ ਗਈ। ਇਹ ਖੇਡ ਹੁੰਦੀ ਹੈ ਬਖਸ਼ਿਸ਼ਾਂ ਵਾਲੀਆਂ ਰੂਹਾਂ ਦੀਆਂ ਜੀ। ਜਦੋਂ ਕੋਈ ਰੱਬ ਦਾ ਪਿਆਰਾ ਸਾਧ ਸੰਗਤ ਕਿਤੇ ਚਲੇ ਜਾਵੇ ਨਾ, ਉੱਥੋਂ ਦਾ ਮਾਹੌਲ ਬਦਲ ਦਿੰਦਾ ਜੀ। ਤੇ ਮਹਾਰਾਜ ਤੇ ਬਹੁਤ ਵੱਡੇ ਆ ਸਾਧ ਸੰਗਤ ਜੀ। ਹਾਂਜੀ, ਨਿਸਮੈ ਟਿਕੈ ਸਭ ਵੀਰ, ਸੁਪਤੇ ਜਥਾ ਸੁਖ ਧੀਰ। ਸੋ ਰਾਤ ਨੂੰ ਸਾਰੇ ਸੂਰਬੀਰਾਂ ਨੇ ਆਰਾਮ ਕੀਤਾ ਜੀ। ਹਾਂਜੀ, ਭੁਨ ਸਾਰ ਜਾਨ ਮਹਾਨ, ਗੁਰਬਾਨ ਕਉ ਕਰ ਗਾਨ। ਅੰਮ੍ਰਿਤ ਵੇਲਾ ਹੋਇਆ ਤੇ ਸਾਰੇ ਜਾਗ ਗਏ। ਹੁਣ ਵੇਖੋ ਜਿਤਾਉਂਦਾ ਕੌਣ ਹੈ, ਆਖੋ ਵਾਹਿਗੁਰੂ ਵਾਹਿਗੁਰੂ। ਜਿਤਾਉਂਦਾ ਕੌਣ ਹੈ, ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਕੱਲ ਰਾਤ ਇਹਨਾਂ ਨੇ ਤੀਰ ਚਲਾਏ, ਵਾਹਿਗੁਰੂ ਕੱਲ ਦਿਨੇ ਸਾਰੇ ਦਿਹਾੜੀ ਤੀਰ ਚਲਾਏ, ਬੰਦੂਕਾਂ ਚਲਾਈਆਂ, ਤਲਵਾਰਾਂ ਚਲਾਈਆਂ। ਹੁਣ ਆਰਾਮ ਕਰਕੇ ਉੱਠੇ, ਅੰਮ੍ਰਿਤ ਵੇਲਾ ਹੋਇਆ ਤੇ ਸਾਰੇ ਸਿੱਖ ਗੁਰਬਾਣੀ ਪੜ੍ਹਨ ਲੱਗ ਪਏ ਜੀ। ਗੁਰਬਾਣੀ ਪੜ੍ਹਨ ਲੱਗ ਪਏ। ਜਿਹਨੇ ਅੰਦਰ ਦੀ ਤਾਕਤ ਬਣਨਾ ਜੀ, ਜਿਹਨੇ ਅੰਦਰ ਦੀ ਜਾਇਦਾਦ ਬਣਨਾ ਜੀ। ਹਾਂਜੀ, ਮੁਖ ਪਾਠ ਕੇਤਕ ਕੀਨ। ਕਈਆਂ ਨੇ ਆਪਣੇ ਮੁਖ ਤੋਂ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਪਾਠ ਕੀਤਾ ਜੀ। ਹਾਂਜੀ, ਕਰ ਪ੍ਰੇਮ ਜਿਉ ਜਲ ਮੀਨ। ਇੰਨੇ ਪ੍ਰੇਮ ਨਾਲ ਗੁਰਬਾਣੀ ਦਾ ਪਾਠ ਕੀਤਾ ਜਿੰਨਾ ਪਿਆਰ ਮਛਲੀ ਦਾ ਪਾਣੀ ਨਾਲ ਹੁੰਦਾ ਜੀ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਿਰਪਾ ਕਰਨ। ਸੰਗਤ ਜੀ, ਇਹ ਗੁਰਸਿੱਖਾਂ ਦੇ ਜੀਵਨ ਵਿੱਚੋਂ ਆਪਾਂ ਸਿੱਖਣਾ ਹੈ, ਆਪਾਂ ਸਿੱਖਣਾ ਹੈ। ਜਦੋਂ ਗੁਰਬਾਣੀ ਦਾ ਪਾਠ ਕਰਨਾ, ਬੜੇ ਹੀ ਪਿਆਰ ਨਾਲ ਕਰਨਾ ਜੀ, ਬਹੁਤ ਪ੍ਰੇਮ ਨਾਲ ਪਾਠ ਕਰਨਾ। ਇੱਕ ਇੱਕ ਅੱਖਰ ਵਿੱਚ ਧਿਆਨ ਰੱਖਣਾ ਤੇ ਅੰਦਰ ਪ੍ਰੇਮ ਹੋਵੇ ਜੀ। ਜਦੋਂ ਅੰਦਰੋਂ ਤੁਸੀਂ ਪਿਆਰ ਨਾਲ ਕਰੋਗੇ ਨਾ ਜੀ, ਫਿਰ ਗੱਲ ਹੋਰ ਹੀ ਹੋਣੀ ਹੈ ਜੀ।
ਕਹਿੰਦੇ ਬੜੇ ਪਿਆਰ ਨਾਲ ਗੁਰਸਿੱਖਾਂ ਨੇ ਗੁਰਬਾਣੀ ਦਾ ਪਾਠ ਕੀਤਾ। ਕਰ ਸੌਚ ਮੱਜਨ ਨੀਰ, ਗੁਰ ਬੈਠ ਗਏ ਬਰ ਬੀਰ। ਗਰੀਬ ਨਵਾਜ ਜੀ ਨੇ ਵੀ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤਾ ਜੀ। ਮਹਾਰਾਜ ਧਿਆਨ ਧਾਰ ਕੇ ਬੈਠ ਗਏ ਜੀ। ਹਾਂਜੀ। ਭਟ ਬ੍ਰਿੰਦ ਆਯੁਧ ਧਾਰ, ਸਭ ਕੀਨ ਆਨ ਦਿਦਾਰ। ਗੁਰਬਾਣੀ ਦਾ ਨਿਤਨੇਮ ਕਰਕੇ ਤਿਆਰ ਬਰ ਤਿਆਰ ਹੋ ਕੇ ਫਿਰ ਯੋਧਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਆ ਕੇ ਜੀ। ਆਪਣੇ ਗੁਰੂ ਸਾਹਿਬ ਦੇ ਦੀਦਾਰ ਕੀਤੇ। ਵੇਖ ਲਓ, ਕੱਲ ਜੰਗ ਦੇ ਮੈਦਾਨ 'ਚ ਫੁਰਤੀਆਂ ਵੀ ਪੂਰੀਆਂ ਵਿਖਾਈਆਂ, ਅੱਜ ਅੰਮ੍ਰਿਤ ਵੇਲੇ ਦਾ ਨਿਤਨੇਮ ਵੀ ਪੂਰਾ ਕੀਤਾ ਤਾਂ ਆਪਣੇ ਗੁਰੂ ਜੀ ਦੇ ਸ਼ਾਂਤ ਹੋ ਕੇ ਦਰਸ਼ਨ ਕਰਨ ਦਏ ਹੈ ਜੀ। ਕਿੰਨੀ ਸ਼ਾਂਤੀ ਨਾਲ ਦਰਸ਼ਨ ਕਰਨ ਦਏ ਹੈ। ਸਿੱਖ ਵਿੱਚ ਸਾਰੇ ਪੱਖ ਹੋਣੇ ਚਾਹੀਦੇ ਹੈ। ਜਦੋਂ ਇੱਥੇ ਬਹਿਣਾ ਨਾ ਜੀ, ਪੂਰੀ ਸ਼ਾਂਤੀ ਨਾਲ ਬਹਿ ਕੇ ਆਪਣੇ ਗੁਰੂ ਜੀ ਦੇ ਦਰਸ਼ਨ ਕਰਨੇ ਹਨ। ਹਾਂਜੀ। ਲਗ ਗਾ ਦੀਵਾਨ ਮਹਾਨ, ਵਿੱਚ ਸ਼ੋਭ ਤੇ ਸੁਖ ਦਾਨ। ਕਹਿੰਦੇ ਦੀਵਾਨ ਲੱਗ ਗਿਆ, ਸੁਖ ਦੇਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀਵਾਨ ਵਿੱਚ ਸੱਜ ਗਏ ਤੇ ਬਹੁਤ ਫੱਬ ਰਹੇ ਹਨ। ਹਾਕਲ ਛੰਦ ਤਬ ਆਇਓ ਬੁੱਧੂ ਸ਼ਾਹ, ਜਿਹ ਸੰਗ ਸੁਭਟ ਗਨ ਆਹਾ। ਫਿਰ ਮੱਥਾ ਟੇਕਣ ਪਤਾ ਕੌਣ ਆਇਆ ਜੀ? ਪੀਰ ਬੁੱਧੂ ਸ਼ਾਹ ਜੀ। ਆਖੋ ਸ੍ਰੀ ਵਾਹਿਗੁਰੂ। ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ, ਜਿਨ੍ਹਾਂ ਦੇ ਨਾਲ ਉਹਨਾਂ ਦੇ ਚੇਲੇ ਨੇ ਸਾਧ ਸੰਗਤ ਜੀ। ਦ્વੈ ਪੁੱਤਰ ਗਏ ਰਣ ਮਾਰੇ, ਦੋਏ ਜੀਵਤ ਸੰਗ ਨਿਹਾਰੇ। ਹਾਂ, 4 ਪੁੱਤ ਸੀਗੇ, 2 ਕੱਲ ਮਰ ਗਏ ਜੀ, ਉਹਨਾਂ ਦੇ ਸ਼ਹੀਦ ਹੋ ਗਏ ਜੀ। ਆਪਣੇ ਪੁੱਤਰਾਂ ਦੀ ਅੰਤਮ ਕਿਰਿਆ ਕੀਤੀ ਹੈ ਰਾਤ। ਮਾਫ ਕਰਿਓ, ਅਸੀਂ ਦੁਨੀਆਦਾਰ ਹੈਗੇ ਆ। ਹਾਂਜੀ। ਤੇ ਦੁਨੀਆਦਾਰੀ ਵਿੱਚ ਜਦੋਂ ਇਹੋ ਜਿਹਾ ਮੌਕਾ ਬਣ ਜਾਵੇ ਤੇ ਲੋਕ, ਮੈਂ ਵੇਖਿਆ, ਭਾਵੇਂ ਬੰਦਾ ਹੋਵੇ ਤੇ ਭਾਵੇਂ ਇਸਤਰੀ ਹੋਵੇ, ਲੋਕ ਵਿਰਲਾਪ ਕਰਦੇ, ਰੋਂਦੇ ਧੋਂਦੇ ਆ ਜੀ। ਕਈ ਦਿਨ ਨਿਤਨੇਮ ਨਹੀਂ ਹੁੰਦਾ ਉਹਨਾਂ ਕੋਲ, ਕਈ ਦਿਨ ਨਿਤਨੇਮ ਨਹੀਂ ਹੁੰਦਾ ਜੀ। ਬੈਰਾਗ ਹੀ ਇੰਨਾ ਲੱਗ ਜਾਂਦਾ ਜੀ, ਅੰਦਰ ਸੋਗ ਹੀ ਇੰਨਾ ਚੱਲਦਾ ਜੀ। ਹਾਂਜੀ। ਕਈ ਦਿਨ ਨਿਤਨੇਮ ਨਹੀਂ ਕਰਦੇ। ਪਰ ਧੰਨ ਪੀਰ ਬੁੱਧੂ ਸ਼ਾਹ ਜੀ ਅੰਮ੍ਰਿਤ ਵੇਲੇ ਬੰਦਗੀ ਕਰਕੇ ਮੁੜ ਸਤਿਗੁਰਾਂ ਦੇ ਕੋਲ ਆ ਗਏ। ਭਾਈ ਸੰਤੋਖ ਸਿੰਘ ਕਹਿੰਦੇ 2 ਪੁੱਤ ਸ਼ਹੀਦ ਹੋ ਗਏ ਜੀ, 2 ਨਾਲ ਨੇ ਜੀ। ਹਾਂਜੀ। ਸਭ ਸ਼ਸਤਰ ਅੰਗ ਮਹਿਲਾਏ, ਹਿਤ ਦਰਸ਼ਨ ਮੋਤ ਵਧਾਏ। ਸਾਰੇ ਸ਼ਸਤਰ ਬਸਤਰ ਪੀਰ ਜੀ ਨੇ ਵੀ ਸਜਾਏ ਹੈ ਤੇ ਦਰਸ਼ਨ ਕਰਕੇ ਨਾ ਬਹੁਤ ਖੁਸ਼ ਹੋਏ ਜੀ, ਬਹੁਤ ਖੁਸ਼ ਹੋਏ ਜੀ। ਕਿਹੋ ਜਿਹੇ ਦਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ, ਕਿੰਨੀ ਖੁਸ਼ੀ ਦੇਣ ਵਾਲੇ ਆ, ਜਿਹੜੇ ਪੁੱਤਰਾਂ ਦੀ ਮੌਤ ਦਾ ਵੀ ਗਮ ਮਹਿਸੂਸ ਨਹੀਂ ਹੋਣ ਦਿੰਦੇ ਜੀ। ਹਾਂਜੀ। ਜਬ ਚੱਲ ਕਰ ਆਇਓ ਨੇਰੇ, ਗੁਰ ਉੱਚੇ ਕਹਿਤ ਸਵੇਰੇ। ਜਦੋਂ ਪੀਰ ਬੁੱਧੂ ਸ਼ਾਹ ਜੀ ਆਪਣੇ 2 ਪੁੱਤਰਾਂ ਦੇ ਨਾਲ ਤੇ ਚੇਲਿਆਂ ਦੇ ਨਾਲ ਸਤਿਗੁਰੂ ਜੀ ਦੇ ਕੋਲ ਆਏ ਨਾ, ਮਹਾਰਾਜ ਪੀਰ ਬੁੱਧੂ ਸ਼ਾਹ ਜੀ ਨੂੰ ਵੇਖ ਕੇ ਉੱਚੀ ਸਾਰੀ ਕਹਿਣ ਲੱਗੇ, ਢਿਗ ਆਵੋ ਬੁੱਧੂ ਸ਼ਾਹ, ਤੁਮ ਪੀਰ ਸਾਚ ਕੇ ਆਹਾ। ਮਹਾਰਾਜ ਕਹਿਣ ਲੱਗੇ, ਪੀਰ ਜੀ ਸਾਡੇ ਨੇੜੇ ਆਵੋ, ਤੁਸੀਂ ਸੱਚੇ ਪੀਰ ਹੋ, ਤੁਸੀਂ ਖੁਦਾ ਦੇ ਪੀਰ ਹੋ, ਤੁਸਾਂ ਸੱਚ ਕਮਾਇਆ ਹੈ। ਵੇਖ ਲਓ ਪੀਰ ਬੁੱਧੂ ਸ਼ਾਹ ਜੀ ਦਾ ਕਿੰਨਾ ਸਤਿਕਾਰ ਮਹਾਰਾਜ ਕਰਦੇ ਜੀ। ਹਾਂਜੀ। ਸਭ ਸੁਨਤਿਓ ਆਏ ਨਜੀਕਾ। ਪੀਰ ਜੀ ਮਹਾਰਾਜ ਦੀ ਗੱਲ ਸੁਣ ਕੇ ਨੇੜੇ ਆ ਗਏ, ਕਿਉਂ ਮਹਾਰਾਜ ਆਪ ਕਹਿੰਦੇ ਨਾ ਨੇੜੇ ਆਓ ਸਾਡੇ। ਹਾਂਜੀ। ਕਰ ਜੋਰਤ ਜਿਸ ਉਰ ਨੀਕਾ। ਤੇ ਸਾਧ ਸੰਗਤ ਜੀ ਪੀਰ ਜੀ ਨੇ ਹੱਥ ਜੋੜੇ ਜੀ। ਪੀਰ ਜੀ ਦਾ ਅੰਦਰ ਸ਼ੁੱਧ ਹੈਗਾ ਜੀ। ਆਖੋ ਸ੍ਰੀ ਵਾਹਿਗੁਰੂ। ਹੱਥ ਤੇ ਸਾਰੇ ਜੋੜਦੇ ਆ, ਪਰ ਅੰਦਰ ਵਿਰਲਿਆਂ ਦਾ ਸ਼ੁੱਧ ਹੁੰਦਾ ਜੀ। ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਹੀ ਹੈ ਸਾਡੇ ਪਰਦੇ ਕੱਢਦੇ, ਗੁਰੂ ਸਾਹਿਬ ਪਰਦੇ ਕੱਢਣ ਵੀ ਸਾਡੇ। ਪੀਰ ਜੀ ਨੇ ਹੱਥ ਜੋੜੇ ਆ, ਪੀਰ ਜੀ ਦਾ ਅੰਦਰ ਬੜਾ ਹੀ ਸ਼ੁੱਧ ਹੈ। ਹਾਂਜੀ। ਝੁਕ ਕੀਨਸ ਤਬੈ ਸਲਾਮੂ। ਝੁੱਕ ਕੇ ਸਲਾਮ ਕੀਤਾ ਜੀ। ਮੁਸਲਮਾਨ ਕਿਵੇਂ ਸਲਾਮ ਕਰਦੇ ਜੀ, ਤੁਹਾਨੂੰ ਪਤਾ ਹੀ ਹੈ ਨਾ, ਇੰਜ ਹੱਥ ਕਰਦੇ ਆ, ਅੱਗੇ ਸਲਾਮ ਕਰਦੇ ਆ।
ਝੁੱਕ ਕੇ ਪੀਰ ਜੀ ਨੇ ਸਤਿਗੁਰੂ ਜੀ ਨੂੰ ਸਲਾਮ ਕੀਤਾ। ਪੁੰਨ ਕਰਿਓ ਮਰੀਦ ਤਮਾਮੂ। ਫਿਰ ਉਹਨਾਂ ਦੇ ਚੇਲਿਆਂ ਨੇ ਵੀ ਸਲਾਮ ਕੀਤਾ ਜੀ। ਸਾਰੇ ਚੇਲਿਆਂ ਨੇ ਵੀ ਮੱਥਾ ਟੇਕਿਆ ਜੀ। ਸੁਨ ਕਲਗੀ ਧਰ ਕੇ ਬੈਨਾ, ਕਰ ਜੋਰੇ ਸਮੁਖ ਨੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਹੱਥ ਜੋੜ ਲਏ ਤੇ ਨੇਤਰ ਨੀਵੇਂ ਆ ਪੀਰ ਜੀ ਦੇ ਜੀ। ਪੀਰ ਜੀ ਗੁਰੂ ਸਾਹਿਬ ਨੂੰ ਖੁਦਾ ਜਾਣਦੇ ਆ। ਆਖੋ ਸ੍ਰੀ ਵਾਹਿਗੁਰੂ। ਆਪੋ ਆਪਣੇ ਖਿਆਲਾਂ ਦੀ ਖੇਡ ਹੁੰਦੀ ਹੈ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਆ। ਖੇਡ ਕਿਦੋਂ ਬਣਨੀ? ਅਸੀਂ ਗੁਰੂ ਸਾਹਿਬ ਨੂੰ ਸਮਝਦੇ ਕੀ ਆ ਜੀ। ਐ ਨੇਤਰ ਨੀਵੇਂ ਕਰਕੇ ਪੀਰ ਜੀ ਬੈਠੇ ਨੇ। ਹਾਂਜੀ। ਮੁਖ ਬੋਲਿਓ ਅਰਜ਼ ਗੁਜ਼ਾਰੀ, ਮੋਹੇ ਸ਼ੋਕ ਨਾ ਹਿਰਦੈ ਮਝਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੀਰ ਜੀ ਤੁਹਾਡੇ 2 ਪੁੱਤ ਸ਼ਹੀਦ ਹੋ ਗਏ ਆ, ਦੁੱਖ ਨਹੀਂ ਹੋ ਰਿਹਾ? ਆਖੋ ਸ੍ਰੀ ਵਾਹਿਗੁਰੂ। ਗੁਰੂ ਦੀਆਂ ਗੁਰੂ ਹੀ ਜਾਣੇ ਸਾਧ ਸੰਗਤ ਜੀ। ਜਿਹੜੇ 2 ਪੁੱਤ ਸ਼ਹੀਦ ਹੋਏ ਹੋਣ ਉਹ ਵੀ ਜਵਾਨ ਤੇ ਇੱਕ ਚਲੇ ਜਾਵੇ ਸਾਧ ਸੰਗਤ ਜੀ, ਪਿੱਛੇ ਰਹਿ ਹੀ ਕੱਖ ਨਹੀਂ ਜਾਂਦਾ ਜੀ। ਹਾਂਜੀ। ਤੇ 2 ਪੁੱਤ ਉਹ ਵੀ ਭਰ ਜਵਾਨੀ 'ਚ ਗਏ ਹੋਣ ਤੇ ਉਹਦਾ ਹੀ ਗੁਰੂ ਉਹਨੂੰ ਪੁੱਛੇ, ਦੱਸ ਤੈਨੂੰ ਦੁੱਖ ਨਹੀਂ ਹੋਣ ਦਿਆ? ਤੇ ਲੋਕ ਕੀ ਸੋਚਣਗੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੀਰ ਜੀ ਦੁੱਖ ਤਾਂ ਨਹੀਂ ਹੋ ਰਿਹਾ। ਮੁਖ ਬੋਲਿਓ। ਮੁਖ ਬੋਲਿਓ ਅਰਜ਼ ਗੁਜ਼ਾਰੀ। ਪੀਰ ਜੀ ਨੇ ਮੁਖੋਂ ਬੋਲ ਕੇ ਆਪਣੇ ਹਿਰਦੇ ਦੀ ਬੇਨਤੀ ਮਹਾਰਾਜ ਨੂੰ ਕੀਤੀ। ਮੋਹੇ ਸ਼ੋਕ ਨਾ ਹਿਰਦੈ ਮਝਾਰੀ। ਮਹਾਰਾਜ ਮੇਰੇ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਹੈ। ਮਹਾਰਾਜ 2 ਪੁੱਤ ਸ਼ਹੀਦ ਹੋ ਗਏ ਪਰ ਮੈਨੂੰ ਕੋਈ ਦੁੱਖ ਨਹੀਂ ਹੈਗਾ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਬ੍ਰਹਮ ਗਿਆਨੀਆਂ ਦੀ ਅਵਸਥਾ 'ਚ, ਗਿਆਨੀਆਂ ਦੀ ਨਹੀਂ, ਬ੍ਰਹਮ ਗਿਆਨੀਆਂ ਦੀ ਜੀ। ਹਾਂਜੀ। ਸੋ ਕਾਰਨ ਸੁਨੋ ਗੋਸਾਈ। ਮਹਾਰਾਜ ਕਹਿਣ ਲੱਗੇ ਪੀਰ ਜੀ ਦੁੱਖ ਕਿਉਂ ਨਹੀਂ ਹੈਗਾ? ਪੀਰ ਜੀ ਕਹਿੰਦੇ ਮਹਾਰਾਜ ਉਹਦਾ ਕਾਰਨ ਇਹ ਹੈ, ਸਿਰ ਮਰਨੋ ਸਭ ਬਨ ਆਈ। ਵੀ ਮਰਨਾ ਤੇ ਸਾਰਿਆਂ ਨਹੀਂ ਹੈ ਜੀ। ਸੱਚ ਹੈ ਜੀ। ਕੌਣ ਹੈਗਾ ਜਿਹਨੇ ਮਰਨਾ ਨਹੀਂ? ਬੰਦਾ ਭੁੱਲ ਜਾਂਦਾ ਹੈ ਪਰ ਮਰਨਾ ਤਾਂ ਆਪਾਂ ਸਾਰਿਆਂ ਨੇ। ਖਾਣਾ ਪੀਣਾ ਹੱਸਣਾ ਸੌਣਾ ਚੇਤੇ ਹੈ, ਵਿਸਰ ਗਿਆ ਹੈ ਮਰਨਾ। ਮੌਤ ਚੇਤੇ ਭੁੱਲ ਗਈ ਜੀ। ਵਾਹਿਗੁਰੂ ਕਹਿੰਦੇ ਮਹਾਰਾਜ ਮਰਨਾ ਤੇ ਸਾਰਿਆਂ ਨਹੀਂ ਹੈ, ਮੌਤ ਤੇ ਸਭ ਨੂੰ ਆਉਣੀ ਹੈ। ਹਾਂਜੀ। ਮਮ ਪੁੱਤਰ ਮਰੇ ਸ਼ੁਭ ਥਾਨਾ। ਪਰ ਮੇਰੇ ਪੁੱਤਰ ਬੜੀ ਸ਼ੁਭ ਥਾਂ ਉੱਤੇ ਮਰੇ ਹੈ। ਹਾਂਜੀ। ਇੱਕ ਤੌਰਣ ਖੇਤ ਮਹਾਨਾ। ਮਹਾਰਾਜ ਕਹਿੰਦੇ ਉਹ ਕਿਵੇਂ? ਕਹਿੰਦੇ ਮਹਾਰਾਜ ਇੱਕ ਤੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਮੇਰੇ ਪੁੱਤ ਮਰੇ ਹੈ। ਹਾਂਜੀ। ਪੁੰਨ ਕਾਰਜ ਤੁਮਰੇ ਆਏ, ਇਵ ਕਰਵੈ ਭਿਸਤ ਸਿਧਾਏ। ਦੂਜਾ ਸੱਚੇ ਪਾਤਸ਼ਾਹ ਉਹ ਤੁਹਾਡੇ ਕੰਮ ਆਏ ਨੇ, ਤੁਹਾਡੇ ਵਾਸਤੇ ਸ਼ਹੀਦ ਹੋਏ ਹੈ। ਮਹਾਰਾਜ ਉਹ ਤੇ ਬਹਿਸ਼ਤਾਂ ਨੂੰ ਚਲੇ ਗਏ ਹੈ। ਵੇਖੋ ਨਾ ਜੀ, ਇੱਕ ਤੇ ਜੰਗ 'ਚ ਸ਼ਹੀਦ ਹੋ ਗਏ, ਦੂਜਾ ਸਤਿਗੁਰਾਂ ਵਾਸਤੇ ਸ਼ਹੀਦ ਹੋਏ ਜੀ। ਖੁਸ਼ੀਆਂ ਹੀ ਖੁਸ਼ੀਆਂ। ਪਰ ਮੁਆਫ ਕਰਿਓ, ਇਸ ਗੱਲ ਨੂੰ ਸਮਝਦੇ ਵਿਰਲੇ ਨੇ। ਇਹ ਗੱਲ ਸਮਝ ਆ ਜੇ, ਇਹ ਵਿਰਲਿਆਂ ਦੀ ਗੱਲ ਹੈ, ਨਹੀਂ ਤੇ ਲੋਕਾਂ ਨੇ ਤੇ ਰੋਣਾ ਧੋਣਾ ਹੀ ਹੁੰਦਾ ਜੀ। ਹਾਂਜੀ। ਤੈਂ ਭੋਗਹਿ ਆਨੰਦ ਬਿਸਾਲਾ। ਮਹਾਰਾਜ ਉਹਨਾਂ ਦੀਆਂ ਰੂਹਾਂ ਹੁਣ ਬਹਿਸ਼ਤਾਂ ਵਿੱਚ ਹੈ, ਉਹਨਾਂ ਨੂੰ ਉੱਥੇ ਆਨੰਦ ਬਣ ਗਿਆ ਹੋਣਾ। ਤੁਮ ਕਰੁਣਾ ਕਰੋ ਕਿਰਪਾਲਾ। ਹਾਂ ਮਹਾਰਾਜ ਤੁਸੀਂ ਕਿਰਪਾ ਕਰਿਓ, ਬਸ ਉਹਨਾਂ ਦੀ ਅੰਤਰ ਆਤਮਾ ਨੂੰ ਸੁਖੀ ਕਰ ਦਿਓ। ਇਹ ਜਾਣਿਓ ਲਾਭ ਵਡੇਰਾ, ਨਹਿ ਸ਼ੋਕ ਕਰੈ ਮਨ ਮੇਰਾ। ਮੈਨੂੰ ਇਸ ਕਰਕੇ ਦੁੱਖ ਨਹੀਂ ਹੈਗਾ ਕਿਉਂਕਿ ਮੇਰੇ ਮਨ ਨੇ ਸਮਝ ਲਿਆ ਵੀ ਉਹਨਾਂ ਦੀ ਮੌਤ ਵਿੱਚ ਫਾਇਦਾ ਸੀਗਾ। ਕਈ ਵਾਰੀ ਜਿੰਦੇ ਰਹਿਣ ਨਾਲੋਂ ਮਰਨ 'ਚ ਜ਼ਿਆਦਾ ਫਾਇਦਾ ਹੁੰਦਾ ਜੀ। ਉਂਝ ਤਾਂ 80 ਸਾਲ 90 ਸਾਲ ਵੀ ਬੰਦਾ ਜਿਉਂਦਾ ਰਹਿ ਸਕਦਾ, ਪਰ ਵੇਖੋ ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਉਮਰ 'ਚ ਸ਼ਹੀਦ ਹੋਏ। ਹੈਗੀਆਂ ਕਿ ਨਹੀਂ ਜੈ ਜੈਕਾਰਾਂ ਜੀ।
ਜਦੋਂ ਵਜੀਦ ਖਾਨ ਦੇ ਬੰਦੇ ਉਹਨਾਂ ਨੂੰ ਲਾਲਚ ਦੇ ਰਹੇ ਸੀ ਨਾ, ਉਹ ਕਹਿੰਦੇ ਸੀ ਸਾਨੂੰ ਕਾਗਜ਼ ਤੇ ਲਿਖ ਦਿਓ ਵੀ ਮੌਤ ਨਹੀਂ ਤੁਹਾਨੂੰ ਕਦੀ ਆਏਗੀ। ਉਹ ਕਹਿੰਦੇ ਮਰਨਾ ਤਾਂ ਹੈਗਾ ਹੀ ਆ। ਉਹ ਕਹਿੰਦੇ 70 ਸਾਲ ਤੁਹਾਡੇ ਅਧੀਨ ਰਹਿ ਕੇ ਜਿਉਂਦੇ ਰਹਿਣ ਨਾਲੋਂ ਚੰਗਾ ਹੈ 7 ਸਾਲ ਦੀ ਉਮਰ ਵਿੱਚ ਅਣਖ ਨਾ ਮਰ ਜੀਏ, ਕਹਿਣ ਲੱਗੇ। ਤੇ ਉਹਨਾਂ ਦੀ ਮੌਤ ਵੀ ਲੋਕਾਂ ਨੂੰ ਜ਼ਿੰਦਗੀ ਦਿੰਦੀ ਹੈ ਜੀ। ਉਹਨਾਂ ਦੀਆਂ ਸ਼ਹੀਦੀਆਂ ਦੁਨੀਆ ਨੂੰ ਸੁੱਖ ਦਿੰਦੀ ਹੈ ਜੀ, ਉਹਨਾਂ ਦੀ ਸ਼ਹੀਦੀ। ਪੀਰ ਜੀ ਕਹਿੰਦੇ ਮਹਾਰਾਜ ਮੈਨੂੰ ਇੱਕ ਗੱਲ ਦੀ ਸਮਝ ਆ ਗਈ ਹੈ, ਇਸ ਕਰਕੇ ਮੈਨੂੰ ਕੋਈ ਦੁੱਖ ਨਹੀਂ ਹੈ। ਹਾਂਜੀ। ਸੁਨ ਸ਼੍ਰੀ ਪ੍ਰਭ ਬਹੁਰ ਬਖਾਨਿਓ, ਹੈ ਨਿਸ਼ਚੇ ਇਮ ਜਿਸ ਜਾਣਿਓ। ਮਹਾਰਾਜ ਕਹਿਣ ਲੱਗੇ ਪੀਰ ਜੀ ਜੇ ਤੇ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ, ਪੱਕਾ ਤੁਹਾਨੂੰ ਨਿਸ਼ਚਾ ਹੈ ਇਸ ਗੱਲ ਉੱਤੇ, ਪਰ ਤਉ ਪਛਾਨੋ ਮਨ ਮੈਂ, ਜੁਗ ਰਹੇ ਭਾਣਜੇ ਰਣ ਮੈਂ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਫਿਰ ਬਹੁਤ ਵਧੀਆ ਗੱਲ ਹੈ। ਵੇਖੋ ਸਾਡੇ ਪਿਤਾ ਜੀ ਦੇ 2 ਭਾਣਜੇ ਉਹ ਵੀ ਤਾਂ ਸ਼ਹੀਦ ਹੋਏ ਆ, ਕਹਿਣ ਲੱਗੇ ਸਾਡੇ ਭਰਾ ਵੀ ਤਾਂ ਸ਼ਹੀਦ ਹੋਏ ਹੀ ਆ 2। ਹਾਂਜੀ। ਲਰ ਸਨਮੁਖ ਤਿਆਗੇ ਪ੍ਰਾਨਾ, ਰਖ ਛਤਰੀ ਧਰਮ ਸੁਜਾਨਾ। ਅੱਗੇ ਵੱਧ ਕੇ ਲੜ ਕੇ ਸ਼ਹੀਦ ਹੋਏ। ਮਹਾਰਾਜ ਕਹਿਣ ਲੱਗੇ ਛਤਰੀਆਂ ਵਾਲਾ ਧਰਮ ਨਿਭਾਇਆ ਉਹਨਾਂ ਨੇ। ਤਿਨ ਤੇ ਬੜ ਸ਼ੋਕ ਉਪੰਨਾ, ਚਿਤ ਹੋਤ ਹਮਾਰਾ ਖੰਨਾ। ਆਖੋ ਵਾਹਿਗੁਰੂ ਵਾਹਿਗੁਰੂ। ਵੇਖੋ ਪੀਰ ਜੀ ਦੀ ਅਵਸਥਾ ਨੂੰ ਵੱਡਿਆਂ ਦੱਸਣ ਲਈ ਸਿੱਖਾਂ ਨੂੰ ਮਹਾਰਾਜ ਕਹਿੰਦੇ ਵੇਖੋ ਪੀਰ ਜੀ ਦੇ ਪੁੱਤ ਸ਼ਹੀਦ ਹੋਏ ਆ, ਉਹਨਾਂ ਨੂੰ ਦੁੱਖ ਨਹੀਂ ਹੈ, ਮੈਨੂੰ ਭਰਾਵਾਂ ਦਾ ਹੀ ਦੁੱਖ ਹੈਗਾ, ਕਹਿਣ ਲੱਗੇ। ਪੀਰ ਜੀ ਦੀ ਅਵਸਥਾ ਵੱਡੀ ਦੱਸਣ ਲਈ ਆਪਣੇ ਆਪ ਨੂੰ ਛੋਟਾ ਦੱਸ ਰਹੇ ਮਹਾਰਾਜ। ਹਾਂਜੀ। ਗੁਣ ਸਿਮਰਤ ਹੈ ਮਨ ਮੇਰਾ, ਜਿਨ ਮਹਿ ਉਤਸ਼ਾਹ ਬਡੇਰਾ। ਮਹਾਰਾਜ ਕਹਿਣ ਲੱਗੇ ਦੋਵੇਂ ਭਰਾ ਬੜੇ ਉਤਸ਼ਾਹ ਵਾਲੇ ਸੀਗੇ, ਇਸ ਕਰਕੇ ਸਾਨੂੰ ਬਾਰ-ਬਾਰ ਉਹਨਾਂ ਦਾ ਚੇਤਾ ਆ ਰਿਹਾ ਹੈ। ਨਿਤ ਮਿਲਤ ਖਿਲਤ ਹਮ ਸੰਗੇ, ਬਨ ਗਮਨਹਿਤ ਚੜ੍ਹੈ ਤੁਰੰਗੇ। ਰੋਜ਼ ਸਾਨੂੰ ਮਿਲਦੇ ਹੁੰਦੇ ਸੀਗੇ, ਸਾਡੇ ਨਾਲ ਰਹਿੰਦੇ ਸੀ, ਸਾਡੇ ਨਾਲ ਸ਼ਿਕਾਰ ਖੇਡਦੇ ਸੀ। ਸੁਨ ਬੁੱਧੂ ਸ਼ਾਹ ਬਖਾਨਾ, ਤੁਮ ਸਭ ਬਿਦ ਆਹੋ ਮਹਾਨਾ। ਕਿਉਂਕਿ ਪੀਰ ਮਹਾਰਾਜ ਨੇ ਸਿੱਖਾਂ ਨੂੰ ਰੁਕਿਆ ਵੀ ਵੇਖੋ ਪੀਰ ਜੀ ਨੂੰ ਪੁੱਤਰਾਂ ਦਾ ਦੁੱਖ ਨਹੀਂ, ਪਰ ਮੈਨੂੰ ਦੁੱਖ ਹੈਗਾ ਜੀ ਭਰਾਵਾਂ ਦਾ। ਤੇ ਪੀਰ ਜੀ ਹੱਥ ਜੋੜ ਕੇ ਕਹਿੰਦੇ ਨਾ 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 ਸੱਚੇ ਪਾਤਸ਼ਾਹ ਤੁਸੀਂ ਤੇ ਮਹਾਰਾਜ ਸਾਨੂੰ ਅਵਸਥਾ ਦੇਣ ਵਾਲੇ ਹੋ, ਤੁਸੀਂ ਤੇ ਸਭ ਤੋਂ ਮਹਾਨ ਹੋ ਮਹਾਰਾਜ। ਜਿਮ ਚਾਹੋ ਰਚੋ ਗੋਸਾਈ, ਸਭ ਬਾਤ ਤੁਮ ਹੋ ਬਨ ਆਈ। ਮਹਾਰਾਜ ਇਹ ਸਾਰੀ ਤੁਹਾਡੀ ਖੇਡ ਹੈਗੀ ਹੈ, ਇਹ ਜੰਗ, ਇਹ ਸਾਰੀ ਖੇਡ ਜਿਵੇਂ ਤੁਸੀਂ ਰਚਨਾ ਕੀਤੀ ਉਵੇਂ ਹੈ, ਖੇਡ ਤੁਹਾਡੀ ਹੈ। ਹੁਣ ਵੇਖੋ ਨਾ ਖੇਡ ਹੀ ਖੇਡੀ ਕੱਲ ਜੀ, ਇੰਨੀ ਵੱਡੀ ਜੰਗ ਕੀਤੀ, ਅੱਜ ਫੇਰ ਮਹਾਰਾਜ ਉਵੇਂ ਪਲੰਘੇ ਉੱਤੇ ਬੈਠੇ ਜੀ, ਖੇਡ ਖੇਡ ਕੇ ਜੀ। ਜਿਵੇਂ ਰੋਜ਼ ਬਹਿੰਦੇ ਸੀ ਉਵੇਂ ਅੱਜ ਫੇਰ ਬਹਿ ਗਏ ਮਹਾਰਾਜ। ਹਾਂਜੀ। ਸ਼ੁਭ ਭਾਗ ਜੇ ਭਏ ਹਮਾਰੇ, ਮਿਲ ਕਦਮ ਸੋ ਪਦਮ ਤੁਮਾਰੇ। ਮਹਾਰਾਜ ਇਹ ਤੇ ਤੁਹਾਡੀ ਖੇਡ ਹੈ, ਪਰ ਹਾਂ ਸਾਡੇ ਭਾਗ ਜਾਗੇ ਹੈ ਜਿਹੜਾ ਅਸੀਂ ਆਪਣਾ ਮੱਥਾ ਤੁਹਾਡੇ ਚਰਨਾਂ ਤੇ ਰੱਖ ਦਿੱਤਾ ਹੈ। ਇੱਕ ਵਾਰੀ ਸਿਰ ਨਵਾਈਏ ਸਾਰੇ, ਸਾਡੇ ਵੀ ਭਾਗ ਜਾਗਣ। ਸਾਰੇ ਪਿਆਰ ਨਾਲ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਸਾਡੇ ਭਾਗ ਜਾਗੇ ਨੇ। ਹਾਂਜੀ। ਅਬ ਸਫਲ ਭਏ ਸਭ ਰੀਤੀ, ਰਣ ਪਹੁੰਚੇ ਆਨ ਸਪ੍ਰੀਤੀ। ਹੁਣ ਮਹਾਰਾਜ ਸਾਡੇ ਭਾਗ ਸਫਲੇ ਹੋਏ ਹਨ ਤੇ ਸਾਡਾ ਆਉਣਾ ਸਫਲਾ ਹੋ ਗਿਆ, ਜਿਹੜਾ ਜੰਗ ਵਿੱਚ ਆਪ ਜੀ ਦੀ ਜਿੱਤ ਹੋਈ ਹੈ। ਹਾਂਜੀ। ਗਨ ਖਾਨ ਪ੍ਰਥਮ ਰਖਵਾਏ, ਗੁਰ ਘਰ ਸੇ ਧਨ ਗਨ ਪਾਏ। ਮਹਾਰਾਜ ਮੈਨੂੰ ਦੁੱਖ ਹੈ ਕਿ ਮੈਂ ਉਹਨਾਂ ਪਠਾਣਾਂ ਨੂੰ ਤੁਹਾਡੇ ਚਰਨਾਂ 'ਚ ਨੌਕਰ ਰਖਵਾ ਕੇ ਗਿਆ, ਔਰ ਉਹਨਾਂ ਪਠਾਣਾਂ ਨੇ ਮਾਇਆ ਵੀ ਖੁੱਲੀ ਲਈ ਸੀ ਤੁਹਾਡੇ ਤੋਂ। ਪੁੰਨ ਹੋਏ ਨਿਮਕ ਹਰਾਮੀ, ਸਭ ਕੀਨੀ ਕਾਰ ਗੁਲਾਮੀ। ਪਰ ਮਹਾਰਾਜ ਉਹ ਬਾਅਦ ਵਿੱਚ ਨਮਕ ਹਰਾਮੀ ਬਣ ਗਏ, ਨੀਚਾਂ ਵਾਲਾ ਕੰਮ ਕੀਤਾ ਉਹਨਾਂ ਨੇ। ਲੱਖ ਉਪਾਲੰਬ ਪਠ ਜੋ, ਮੈਂ ਲੱਜਤ ਸੁਨ ਕਰ ਸੋ। ਸੱਚੇ ਪਾਤਸ਼ਾਹ ਜਦੋਂ ਮੈਂ ਇਹ ਗੱਲ ਸੁਣੀ ਮੈਂ ਬਹੁਤ ਸ਼ਰਮਿੰਦਾ ਹੋਇਆ ਸਾਂ।
ਵੀ ਮੇਰੇ ਕੋਲੋਂ ਭੁੱਲ ਹੋਈ ਹੈ। ਮੈਂ ਐਸੇ ਬੰਦਿਆਂ ਨੂੰ ਨੌਕਰ ਰਖਵਾਇਆ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਨਮਕ ਹਰਾਮੀ ਕੀਤੀ ਹੈ। ਸੈ ਸਪਤ ਮੁਰੀਦ ਬਟੋਰੇ ਚਲ ਪਰਿਓ ਤੁਰਤ ਤੁਬ ਓਰੇ। ਮਹਾਰਾਜ 700 ਚੇਲਾ ਆਪਣਾ ਇਕੱਠਾ ਕਰਕੇ ਉਸ ਸਮੇਂ ਫਿਰ ਮੈਂ ਆਪ ਜੀ ਵੱਲ ਆਇਆ ਸਾਂ। ਪੁਰ ਪਾਵੰਟ ਮੈਂ ਜਬ ਆਇਓ ਤੁਮ ਚੜੇ ਜੰਗ ਸੁਨ ਪਾਇਓ। ਮੈਂ ਤਾਂ ਪਾਉਂਟਾ ਸਾਹਿਬ ਆਇਆ ਸਾਂ, ਪਰ ਪਤਾ ਲੱਗਾ ਵੀ ਆਪ ਜੀ ਜੰਗ ਕਰ ਰਹੇ ਹੋ ਭੰਗਾਣੀ ਦੀ ਧਰਤੀ ਤੇ। ਨਹਿ ਕੀਨਸ ਮੈਂ ਤਬ ਡੇਰਾ ਰਣ ਕਾਜ ਪਰਿਓ ਅਬਹੇਰਾ। ਤੇ ਫਿਰ ਸੱਚੇ ਪਾਤਸ਼ਾਹ ਉਸੇ ਵੇਲੇ ਹੀ ਮੈਂ ਮਹਾਰਾਜ ਭੰਗਾਣੀ ਵਾਲੀ ਥਾਂ ਉੱਤੇ ਪਹੁੰਚਿਆ। ਡੇਰਾ ਨਹੀਂ ਕੀਤਾ, ਪੜਾ ਨਹੀਂ ਕੀਤਾ ਕਿਤੇ। ਮੈਂ ਗਮਨਿਓ ਤੁਮ ਪਛਾਤੀ ਸਭ ਖਰੇ ਹੁਤੇ ਭਲ ਭਾਂਤੀ। ਮੈਂ ਤਾਂ ਲੇਟ ਮਹਾਰਾਜ ਕੁਝ ਸਮੇਂ ਬਾਅਦ ਪਹੁੰਚਿਆ। ਜਾਂਦਿਆਂ ਨੂੰ ਤੇ ਜੰਗ ਸ਼ੁਰੂ ਹੋ ਚੁੱਕਾ ਸੀਗਾ ਮਹਾਰਾਜ। ਇੱਕ ਪਾਸਾ ਰਣ ਕੋ ਰੋਕਾ ਰਿਪ ਪੁੰਜ ਖਰੋ ਅਵਲੋਕਾ। ਆਪ ਜੀ ਦੀ ਕਿਰਪਾ ਨਾਲ ਫੌਜਾਂ ਦਾ ਇੱਕ ਪਾਸਾ ਰੋਕ ਕੇ ਰੱਖਿਆ ਸੀਗਾ। ਤਬ ਛੂਟਨ ਲੱਗੀ ਤੁਫੰਗੈ ਗਿਰ ਪਤੀ ਲਰੇ ਹਮ ਸੰਗੈ। ਹਾਂਜੀ, ਬਹੁ ਮਾਰੇ ਤਹਾਂ ਪਹਾਰੀ ਥਿਰ ਹੋਇ ਕਰ ਤੀਰਜ ਧਾਰੀ। ਮਹਾਰਾਜ ਫਿਰ ਤੁਹਾਡੀ ਕਿਰਪਾ ਨਾਲ ਬੜੇ ਪਹਾੜੀਏ ਮਾਰੇ ਨੇ। ਹਾਂਜੀ, ਨਹਿ ਪਾਉ ਪਛਾਉ ਘਾਲਾ ਰਣ ਡਾਰ ਵਿਸਾਲ ਕਰਾਲਾ। ਸੁਤ ਦੋਏ ਮੁਰੀਦ ਸਮੇਤਾ ਲਰ ਪਹੁੰਚੇ ਭਿਸਤ ਨਿਕੇਤਾ। ਤੇ ਸਤਿਗੁਰੂ ਜੀ 2 ਪੁੱਤਰ ਤੇ ਬਹੁਤ ਸਾਰੇ ਚੇਲੇ ਮਹਾਰਾਜ ਸ਼ਹੀਦ ਹੋ ਗਏ। ਪੀਰ ਜੀ ਦੇ ਚੇਲੇ ਵੀ ਸ਼ਹੀਦ ਹੋਏ ਸਾਧ ਸੰਗਤ ਜੀ, ਪਰ ਮਹਾਰਾਜ ਸਾਰਿਆਂ ਦਾ ਆਉਣਾ ਸਫਲਾ ਹੋ ਗਿਆ। ਮਹਾਰਾਜ ਆਪ ਜੀ ਦੀ ਜਿੱਤ ਹੋ ਗਈ ਹੈ। ਉਹ ਸਾਰੇ ਦਰਗਾਹ ਵਿੱਚ ਪਹੁੰਚ ਗਏ ਹਨ। ਭਰੋਸਾ ਹੈ ਨਾ ਸਾਧ ਸੰਗਤ ਜੀ, ਗੱਲ ਤੇ ਭਰੋਸੇ ਨੇ ਕੰਮ ਆਉਣਾ ਜੀ। ਜੇ ਭਰੋਸਾ ਹੈ ਤੇ ਪਛਤਾਵਾ ਨਹੀਂ ਹੈਗਾ, ਨਹੀਂ ਤੇ ਪੀਰ ਜੀ ਨੇ ਵੀ ਰੋਣਾ ਸੀਗਾ ਜੀ। ਦੁਨੀਆਦਾਰ ਲੋਕਾਂ ਦੀ ਤਰ੍ਹਾਂ ਪੀਰ ਜੀ ਨੇ ਵੀ ਰੋਣ ਲੱਗ ਪੈਣਾ। ਤੁਮ ਦਿਸ਼ਾ ਪਠਾਨ ਅਰੇ ਹੈ ਸਭ ਹੋਏ ਹਰਾਮ ਮਰੇ ਹੈ। ਤੇ ਮਹਾਰਾਜ ਤੁਹਾਡੇ ਉਲਟ ਜਿਹੜੇ ਪਠਾਨ ਖਲੋਤੇ ਸੀ ਨਮਕ ਹਰਾਮੀ ਸਾਰੇ ਹੀ ਮਰ ਗਏ ਚ ਸੱਚੇ ਪਾਤਸ਼ਾਹ। ਤਜ ਸੁਆਮੀ ਬੇਮੁਖ ਜੈਸੇ ਫਲ ਪਾਏ ਲੀਨ ਤਿਨ ਤੈਸੇ। ਜਿਹੋ ਜੀ ਬੇਮੁਖਤਾਈ ਕੀਤੀ ਸਤਿਗੁਰੂ ਜੀ ਉਹੋ ਜਿਹਾ ਫਲ ਵੀ ਉਹਨਾਂ ਨੂੰ ਮਿਲ ਗਿਆ। ਹਾਂਜੀ, ਸੁਨ ਧੀਰ ਪੀਰ ਕੀ ਕਾਨਾ ਸ਼੍ਰੀ ਮੁਖ ਤੇ ਤਬੈ ਬਖਾਨਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਪੀਰ ਜੀ ਦੀਆਂ ਗੱਲਾਂ ਵਿੱਚ ਬੜਾ ਧੀਰਜ ਸੀਗਾ ਜੀ। ਕਿਉਂ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ ਸੀ ਨਾ ਜੀ, ਉਹ ਬੰਦਗੀ ਵਾਲੇ ਸੀਗੇ। ਪੀਰ ਜੀ ਦੇ ਬਚਨਾਂ ਵਿੱਚ ਬਹੁਤ ਧੀਰਜ ਸੀਗਾ ਜੀ। ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦੇ ਧੀਰਜ ਵਾਲੇ ਬਚਨ ਸੁਣੇ, ਤੋਹੇ ਸਾਧ ਸਾਧ ਬੜ ਸਾਧੂ ਪਦ ਉੱਤਮ ਮਹਿ ਥਿਤ ਲਾਧੂ। ਮਹਾਰਾਜ ਕਹਿਣ ਲੱਗੇ ਸਾਧਾ ਤੈਨੂੰ ਸ਼ਾਬਾਸ਼। ਭਾਵ ਪੀਰ ਜੀ ਤੁਹਾਨੂੰ ਸ਼ਾਬਾਸ਼ ਸ਼ਾਬਾਸ਼। ਅੱਜ ਤੋਂ ਤੁਹਾਡੀ ਅਵਸਥਾ ਵੱਡੀ ਹੋ ਜਾਏਗੀ, ਤੁਹਾਨੂੰ ਉੱਤਮ ਪਦਵੀ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ ਉੱਤਮ ਪਦਵੀ ਬਖਸ਼ਿਸ਼ ਕੀਤੀ। ਹਾਂਜੀ, ਭਾਵ ਜਿੰਦਿਆਂ ਵੀ ਮੁਕਤ ਤੇ ਸਰੀਰ ਤਿਆਗਣ ਤੋਂ ਬਾਅਦ ਵੀ ਮੁਕਤ ਜੀ। ਮੁੜ ਜਨਮ ਮਰਨ ਨਹੀਂ ਹੋਏਗਾ ਜੀ। ਸੰਤ ਦਾ ਮੁੜ ਜਨਮ ਨਹੀਂ ਚ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਹਾਂ, ਡਿਊਟੀ ਲੱਗ ਜਾਵੇ ਗੱਲ ਵੱਖਰੀ ਹੈ, ਨਹੀਂ ਤਾਂ ਜਿਹੜਾ ਸੰਤ ਬਣ ਗਿਆ ਉਹਦਾ ਮੁੜ ਜਨਮ ਮਰਨ ਨਹੀਂ ਹੁੰਦਾ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਉੱਤਮ ਪਦਵੀ ਨੂੰ ਪ੍ਰਾਪਤ ਹੋ ਗਏ ਹੋ। ਹਾਂਜੀ, ਇਤਿਆਦਿਕ ਅਧਿਕ ਵਡਾਈ ਸ਼੍ਰੀ ਮੁਖ ਤੇ ਭਾਖ ਸੁਨਾਈ। ਮਹਾਰਾਜ ਨੇ ਬੜੀ ਵਡਿਆਈ ਕੀਤੀ ਪੀਰ ਜੀ ਦੀ। ਪੀਰ ਜੀ ਸ਼ਾਬਾਸ਼ ਸ਼ਾਬਾਸ਼, ਤੁਸੀਂ ਉੱਤਮ ਪਦਵੀ ਪ੍ਰਾਪਤ ਕੀਤੀ। ਇਹ ਬਚਨ ਸਤਿਗੁਰਾਂ ਨੇ ਆਪਣੇ ਮੁਖ ਤੋਂ ਪੀਰ ਜੀ ਵਾਸਤੇ ਕਹੇ। ਸਨਮਾਨ ਸਹਿਤ ਬੈਠਾਇਓ ਅਨੁਕੰਪਾ ਧਰ ਦ੍ਰਿਸ਼ਟਾਇਓ। ਸਨਮਾਨ ਦੇ ਨਾਲ ਲਾਗੇ ਬਿਠਾਇਆ ਜੀ, ਇੱਜ਼ਤ ਕੀਤੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਤੇ ਮਿਹਰ ਦੀ ਦ੍ਰਿਸ਼ਟੀ ਵੀ ਪੀਰ ਜੀ ਦੇ ਉੱਤੇ ਪਾਈ ਜੀ। ਆਖੋ ਸ੍ਰੀ ਵਾਹਿਗੁਰੂ। ਭਾਵਨਾ ਬੜੀ ਵੱਡੀ ਹੈ ਪੀਰ ਜੀ ਦੀ, ਛੋਟੀ ਭਾਵਨਾ ਨਹੀਂ ਹੈਗੀ ਜੀ। 2 ਪੁੱਤ ਨਾਲ ਕਈ ਚੇਲੇ ਸ਼ਹੀਦ ਹੋ ਗਏ ਆ, ਪਰ ਤੁਸੀਂ ਸੁਣਿਆ ਵੀ ਪੀਰ ਜੀ ਨੇ ਢਿੱਲੀ ਗੱਲ ਕੀਤੀ ਹੋਵੇ ਜੀ।
ਨਹੀਂ ਤੇ ਤੁਹਾਡੇ ਮਗਰ ਲੱਗ ਕੇ ਲੜ ਪੈ ਗਈ ਜੀ, ਮਰ ਗਏ ਜੀ, ਬੁਰੇ ਹਾਲ ਹੋ ਗਏ ਜੀ। ਦੁਨੀਆਦਾਰ ਲੋਕ ਢਿੱਲੀਆਂ ਹੀ ਗੱਲਾਂ ਕਰਦੇ ਰਹਿੰਦੇ ਜੀ, ਢਿੱਲੀਆਂ ਹੀ ਗੱਲਾਂ। ਪੀਰ ਜੀ ਨੇ ਢਿੱਲੀ ਗੱਲ ਨਹੀਂ ਕੀਤੀ ਜੀ ਕੋਈ ਜੀ। ਕਿਉਂ? ਪ੍ਰਭ ਕੀ ਬਾਣੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲਾ। ਨਾ ਕਬਹੂ ਡੋਲੇ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ, ਗੌੜੀ ਸੁਖਮਨੀ ਮਹੱਲਾ ਪੰਜਵਾਂ, ਪ੍ਰਭ ਕੀ ਬਾਣੀ ਸਭ ਕੋ ਬੋਲੇ। ਰੱਬ ਦੀ ਬਾਣੀ ਸਾਰਿਆਂ ਨੂੰ ਇਹ ਗੱਲ ਦੱਸ ਰਹੀ ਹੈ, ਹੇ ਭਾਈ ਉਹ ਵਾਹਿਗੁਰੂ ਆਪ ਅਡੋਲ ਹੈ। ਪਰਮੇਸ਼ਰ ਆਪ ਅਡੋਲ ਹੈ ਤੇ ਫਿਰ ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾਵੇ ਉਹ ਕਦੀ ਨਹੀਂ ਡੋਲਦਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਹੁਣ ਪੀਰ ਜੀ ਉਸ ਪ੍ਰਭ ਨਾਲ ਜੁੜੇ ਆ ਨਾ ਜੀ, ਇਸ ਕਰਕੇ ਪੀਰ ਜੀ ਅਡੋਲ ਨੇ, ਕਿਉਂਕਿ ਰੱਬ ਅਡੋਲ ਹੈ। ਪੂਰਨ ਕਬਹੂ ਨਾ ਡੋਲਤਾ। ਹਾਂਜੀ, ਜਿਹੜਾ ਪੂਰਨ ਪੁਰਸ਼ ਬਣ ਜੇ ਉਹ ਨਹੀਂ ਡੋਲਦਾ ਫਿਰਦਾ। ਆਮ ਬੰਦਾ ਕੀ ਹੈ ਜੀ, ਕਦੀ ਕਿਸੇ ਬੰਨੇ ਹੋ ਗਏ, ਕਦੀ ਕਿਸੇ ਬੰਨ ਗਏ। ਮਾਇਆ ਡੋਲੇ ਬਹੁ ਵਿਧੀ, ਬੰਦਾ ਡੋਲਦਾ ਅਵਸਥਾ ਇੱਕ ਜੀ। ਅਸੀਂ ਕਾਮ ਕ੍ਰੋਧ ਦੇ ਪੁਤਲੇ ਹਾਂ ਸਾਧ ਸੰਗਤ ਜੀ। ਕਦੀ ਕਾਮ ਕਰਕੇ ਡੋਲ ਜਾਂਦੇ, ਕਦੀ ਕ੍ਰੋਧ ਕਰਕੇ ਡੋਲ ਜਾਂਦੇ। ਅੰਦਰ ਸਾਡਾ ਡੋਲਦਾ ਰਹਿੰਦਾ ਜੀ। ਅਵਸਥਾ 'ਚ ਚੜਾਓ ਹੈ, ਉਤਰਾਓ ਹੈ। ਪੀਰ ਜੀ ਉੱਤੇ ਮਹਾਰਾਜ ਨੇ ਕਿਰਪਾ ਕੀਤੀ ਹੈ। ਪੀਰ ਜੀ ਨੇ ਧੀਰਜ ਵਾਲੀਆਂ ਗੱਲਾਂ ਕੀਤੀਆਂ ਨੇ, ਡੋਲਣ ਵਾਲੀਆਂ ਗੱਲਾਂ ਨਹੀਂ ਕੀਤੀਆਂ ਜੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਉਹ ਵਾਹਿਗੁਰੂ ਆਪ ਅਡੋਲ ਹੈ। ਜਿਹੜਾ ਉਸ ਦੇ ਚਰਨਾਂ ਨਾਲ ਜੁੜੇਗਾ ਉਹ ਵੀ ਕਦੀ ਨਹੀਂ ਡੋਲੇਗਾ ਜੀ। ਪਰ ਚਰਨਾਂ ਨਾਲ ਜੁੜਨਾ ਬੜੀ ਵੱਡੀ ਗੱਲ ਜੇ। ਇਹ ਗੱਲਾਂ ਬਾਤਾਂ ਨਾਲ ਨਹੀਂ ਜੁੜਿਆ ਜਾਣਾ ਜੀ। ਹਾਂਜੀ, ਜੁੜਨ ਵਾਸਤੇ ਬੜਾ ਕੁਝ ਕਰਨਾ ਪੈਂਦਾ ਜੀ। ਗੁਰੂ ਜੀ ਮਿਹਰ ਕਰਨ, ਅਸੀਂ ਵੀ ਉਹ ਸਭ ਕੁਝ ਕਰੀਏ। ਗੁਰੂ ਜੀ ਮਿਹਰ ਕਰਨ, ਸਾਨੂੰ ਜੋੜ ਲੈਣ ਜੀ। ਕਿਉਂਕਿ ਅਸੀਂ ਜੁੜਨ ਦਾ ਯਤਨ ਕਰਨਾ, ਜੋੜਨਾ ਸਤਿਗੁਰੂ ਜੀ ਨੇ ਹੈ। ਜੋੜ ਅਸੀਂ ਨਹੀਂ ਸਕਦੇ ਜੀ, ਜੋੜਨਾ ਉਹਨਾਂ ਨੇ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਅੱਗੋਂ ਹੁਣ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਦੇ ਦਿਨ ਨੂੰ ਸਰਵਣ ਕਰਾਂਗੇ। ਅਜੇ ਪ੍ਰਸੰਗ ਪਿਆ ਹੋਇਆ ਉਹ ਜੀ। ਹਾਂਜੀ, ਉਹ ਪ੍ਰਸੰਗ ਹੁਣ ਅਗਲਾ ਪ੍ਰਸੰਗ ਕੱਲ੍ਹ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ। ਕਹੋ ਪਿਆਰ ਨਾਲ, ਧੰਨ ਪੀਰ ਬੁੱਧੂ ਸ਼ਾਹ ਜੀ। ਧੰਨ ਪੀਰ ਬੁੱਧੂ ਸ਼ਾਹ ਜੀ। ਇਹ ਅਵਸਥਾ ਕਿਵੇਂ ਆਈ ਜੀ? ਇਹ ਸਿਮਰਨ ਕਰਕੇ ਆਈ, ਇਹ ਨਾਮ ਜਪ ਕੇ ਆਈ, ਇਹ ਗੁਰੂ ਜੀ ਦੀ ਮਿਹਰ ਨਾਲ ਆਈ ਜੀ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਨੇ, ਆਪਸ ਕੋ ਆਪ ਦੀਨੋ ਮਾਨ। ਨਾਨਕ ਪ੍ਰਭ ਜਨ ਇੱਕੋ ਜਾਨ। ਫਿਰ ਰੱਬ ਤੇ ਰੱਬ ਦਾ ਪਿਆਰਾ ਇੱਕੋ ਹੀ ਹੋ ਜਾਂਦਾ, ਇੱਕ ਬਣ ਜਾਂਦੇ ਆ ਸਾਧ ਸੰਗਤ ਜੀ। ਸਤਿਗੁਰੂ ਜੀ ਮਿਹਰ ਕਰਨ। ਆਓ ਪ੍ਰੇਮ ਨਾਲ ਪੰਕਤੀ ਪੜ੍ਹੀਏ ਜੀ। ਪੀਰ ਜੀ ਦੀ ਅਵਸਥਾ। ਪੀਰ ਜੀ ਦੇ ਪੁੱਤਰ ਸ਼ਹੀਦ ਹੋਏ ਆ, ਚੇਲੇ ਸ਼ਹੀਦ ਹੋਏ, ਸਤਿਗੁਰਾਂ ਦੇ ਭਰਾ ਸ਼ਹੀਦ ਹੋਏ, ਹੋਰ ਬੜੇ ਗੁਰਸਿੱਖ ਸ਼ਹੀਦ ਹੋਏ ਆ। ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਜਨ ਮੀਠ ਲਗਾਨਾ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਪ੍ਰਭ ਕਾ ਕੀ ਜਨ ਮੀਠ ਲਗਾਨਾ,
ਪ੍ਰਭ ਕਾ ਕੀਆ ਜਨ ਮੀਠ ਲਗਾਨਾ ਪ੍ਰਭ ਕਾ ਕੀਆ। ਸਾਧ ਸੰਗਤ ਜੀ, ਇੰਗਲੈਂਡ ਵਿੱਚ ਮਾਤਾ ਰਾਮ ਕੌਰ ਜੀ ਰਹਿੰਦੇ ਸੀ। ਮਾਤਾ ਰਾਮ ਕੌਰ ਜੀ ਬੜੀ ਬਜ਼ੁਰਗ ਅਵਸਥਾ ਸੀ। ਪਿੱਛੋਂ ਮੇਰੇ ਖਿਆਲ ਨਾਲ ਉਹ ਕਾਬਲ ਦੇ, ਜਲਾਲਾਬਾਦ ਦੇ ਸੀਗੇ ਜੀ। ਉਹਨਾਂ ਦੇ ਪਿਤਾ, ਉਹਨਾਂ ਦਾ ਪਤੀ ਹਿੰਦੂ ਤੋਂ ਸਿੱਖ ਬਣਿਆ ਸੀਗਾ ਜੀ। ਮਾਤਾ ਰਾਮ ਕੌਰ ਜੀ ਨੇ ਬੜੀ ਸਿੱਖੀ ਕਮਾਈ, ਖੂਬ ਉਹਨਾਂ ਦਾ ਪਰਿਵਾਰ ਹੈ, ਪੁੱਤਰ ਹੈ ਭਾਈ ਗੁਰਬਚਨ ਸਿੰਘ, ਉਹਨਾਂ ਦੀ ਬੇਟੀ, ਜਵਾਈ ਭਾਈ ਸਾਰੇ ਇੱਥੇ ਸਾਡੇ ਕੋਲ ਆਏ ਸੀਗੇ ਸਾਲ 2 ਸਾਲ ਪਹਿਲਾਂ ਜੀ। ਉਹ ਮਾਤਾ ਰਾਮ ਕੌਰ ਜੀ ਮੈਨੂੰ ਬੜੇ ਆਸ਼ੀਰਵਾਦ ਦਿੰਦੇ ਸੀਗੇ ਜੀ। ਮੇਰੇ ਕੋਲ ਵੀਡੀਓ ਪਈ ਆ ਉਹਨਾਂ ਦੀ। ਉਹ ਕਹਿੰਦੇ ਸੀ ਜਿੱਦਣ ਕਥਾ ਨਹੀਂ ਆਉਂਦੀ ਮੈਂ ਰੋਨੀ ਆ, ਕਹਿਣ ਲੱਗੇ। ਮੇਰੇ ਕੋਲ ਵੀਡੀਓ ਪਈ ਆ ਉਹਨਾਂ ਦੀ। ਉਹ ਪਿਛਲੇ ਦਿਨ ਹੀ ਮੈਨੂੰ ਪਤਾ ਲੱਗਾ, ਬਾਣੀ ਪੜ੍ਹਦਿਆਂ ਨਾਮ ਜਪਦਿਆਂ ਸਰੀਰ ਤਿਆਗ ਗਏ ਜੀ। ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਭਜਨ ਕਰਦਿਆਂ ਸਰੀਰ ਤੇ ਬੜੀ ਸਿੱਖੀ ਕਮਾਈ। ਬੜਾ ਮਹਾਰਾਜ ਨਾਲ ਪਿਆਰ ਸੀਗਾ ਜੀ ਉਹਨਾਂ ਦਾ, ਬਹੁਤ ਪਿਆਰ ਸੀ ਗੁਰੂ ਸਾਹਿਬ ਜੀ ਨਾਲ, ਸਤਿਗੁਰੂ ਜੀ ਦੀ ਕਥਾ ਦੇ ਨਾਲ। ਤੇ ਉਮਰ ਵੀ ਬੜੀ ਵੱਡੀ ਸੀ। ਕਥਾ ਨਹੀਂ ਸੀ ਮਿਸ ਕਰਦੇ ਜੀ। ਉਹ ਜੋ ਮਰਜ਼ੀ ਹੋ ਜੇ ਕਥਾ ਸੁਣਦੇ ਹੀ ਸੁਣਦੇ ਸੀਗੇ ਜੀ। ਉਹ ਪਿੱਛੇ ਜੇ ਸਰੀਰ ਤਿਆਗ ਗਏ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਮੇਰੇ ਕਹਿਣ ਦਾ ਭਾਵ, ਆ ਜਦੋਂ ਪੰਕਤੀ ਪੜ੍ਹੀ ਨਾ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਉਦੋਂ ਉਹਨਾਂ ਦਾ ਚੇਤਾ ਆ ਗਿਆ ਜੀ। ਆਓ ਪ੍ਰੇਮ ਨਾਲ ਪੰਕਤੀ ਪੜੋ, ਫਿਰ ਖਿਮਾ ਮੰਗੀਏ। ਪ੍ਰਭ ਕਾ ਕੀਆ, 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 ਪ੍ਰਭ ਕਾ ਕੀਆ। ਜਨ ਮੀਠ ਲਗਾਨਾ ਪ੍ਰਭ ਕਾ ਕੀਆ, ਜਨ ਮੀਠ ਲਗਾਨਾ ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਜਨ ਮੀਠ ਲਗਾਨਾ ਪ੍ਰਭ ਕਾ ਕੀਆ, ਜਨ ਮੀਠ ਲਗਾਨਾ ਪ੍ਰਭ ਕਾ ਕੀਆ, ਆ ਪ੍ਰਭ ਕਾ ਕੀਆ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਤਿਸ ਮਾਹੇ ਸਮਾਏ। ਓਏ ਸੁਖ ਨਿਧਾਨ ਉਹਨੂੰ ਬਨ ਆਏ। ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।